ਧੰਨ ਵਾਹਿਗੁਰੂ ਸਾਹਿਬ ਜੀ। ਆਸਾ ਕਹਾ ਸੁਆਨ ਕਉ ਸਿਮਰਤ ਸੁਨਾਏ। ਕਹਾ ਸਾਕਤ ਪਹਿ ਹਰ ਗੁਣ ਗਾਏ। ਰਾਮ 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 ਰਮੇ ਰਮ ਰਹੀਐ। ਸਾਕਤ ਸਿਉ ਭੂਲ ਨਹੀਂ ਕਹੀਐ। ਰਹਾਉ ਕਊਆ ਕਹਾ ਕਪੂਰ ਚਰਾਏ। ਕਹਾ ਵਿਸਿਯਰ ਕਉ ਦੂਧ ਪੀਆਏ। ਸਤ ਸੰਗਤ ਮਬੇਲ ਸਤ ਸੰਗਤ ਮਿਲ ਵਿਵੇਕ ਬੁੱਧ ਹੋਈ। ਪਾਰਸ ਪਰਸ ਲੋਹਾ ਕੰਚਨ ਸੋਈ। ਸਾਕਤ ਸੁਆਨ ਸਭ ਕਰੇ ਕਰਾਇਆ। ਜੋ ਧੁਰ ਲਿਖਿਆ ਸੋ ਕਰਮ ਕਮਾਇਆ। ਅੰਮ੍ਰਿਤ ਲੈ ਲੈ ਨੀਮ ਸੰਚਾਈ। ਕਹਿਤ ਕਬੀਰ ਵਾ ਕੋ ਸਹਿਜ ਨਾ ਜਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋ ਵਡਭਾਗੇ ਹੋ, ਜੋ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ। ਚੱਲ ਰਹੀ ਲੜੀਵਾਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਵਿਚਾਰ ਆਪ ਜੀ ਨੇ ਜੋ ਅੰਮ੍ਰਿਤ ਬਚਨ ਸਰਵਣ ਕੀਤਾ ਹੈ, ਇਹ ਭਗਤ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਅੱਜ ਕਬੀਰ ਸਾਹਿਬ ਇੱਕ ਨਿਰਣਾ ਸਾਨੂੰ ਦਿੰਦੇ ਪਏ ਨੇ। ਕਹਿਣ ਲੱਗੇ ਕਿ ਜੇ ਕੋਈ ਸਾਕਤ ਮਨੁੱਖ ਤੁਹਾਨੂੰ ਮਿਲਦਾ ਹੈ ਨਾ, ਉਹਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ। ਕਬੀਰ ਸਾਹਿਬ ਨੇ ਇੱਥੇ ਕੁਝ ਉਦਾਹਰਨਾਂ ਦਿੱਤੀਆਂ ਨੇ। ਉਹਨਾਂ ਉਦਾਹਰਨਾਂ ਦਾ ਭਾਵ ਇਹੋ ਹੀ ਹੈ ਕਿ ਮਨੁੱਖ ਦੀ ਮੱਤ ਜਿਹੜੀ ਹੈ ਉਹ ਆਪਣੇ ਮੁਤਾਬਕ ਹੀ ਚੱਲਦੀ ਹੈ। ਜਿਸ ਮਨੁੱਖ ਨੂੰ ਜਿਹੜੀ ਆਦਤ ਪੈ ਚੁੱਕੀ ਹੈ ਨਾ, ਤੁਸੀਂ ਲੱਖ ਯਤਨ ਕਰ ਲਓ ਉਹਨੂੰ ਬਦਲਣ ਦਾ, ਉਹਦੀ ਆਦਤ ਨਹੀਂ ਬਦਲੀ ਜਾ ਸਕਦੀ। ਹਾਂ, ਬਹੁਤ ਜ਼ਿਆਦਾ ਮਿਹਨਤ ਕੀਤੀ ਜਾਵੇ, ਉਹ ਮਨੁੱਖ ਖੁਦ ਚਾਹਵੇ ਮੈਂ ਆਪਣੇ ਆਪ ਨੂੰ ਬਦਲਣਾ, ਤੇ ਫਿਰ ਬਦਲਿਆ ਜਾ ਸਕਦਾ ਹੈ। ਜਿੰਨਾ ਚਿਰ ਮਨੁੱਖ ਖੁਦ ਨਹੀਂ ਨਾ ਚਾਹੁੰਦਾ ਕਿ ਮੈਂ ਬਦਲਾਂ, ਮੈਂ ਆਪਣੇ ਵਿੱਚ ਕੁਝ ਚੇਂਜ ਲਿਆਵਾਂ, ਆਪਣੀਆਂ ਕੁਝ ਆਦਤਾਂ ਛੱਡਾਂ, ਕੁਝ ਗੁਣ ਗ੍ਰਹਿਣ ਕਰਾਂ, ਉਹਨਾਂ ਚਿਰ ਉਹ ਕੁਛ ਨਹੀਂ ਕਰ ਸਕਦਾ। ਭਾਵੇਂ ਉਹ ਦੁਨਿਆਵੀ ਤੌਰ 'ਤੇ ਹੋਵੇ ਅਤੇ ਭਾਵੇਂ ਉਹ ਅਧਿਆਤਮਿਕ ਤੌਰ 'ਤੇ ਹੋਵੇ। ਚਲੋ ਇੱਕ ਪੱਖ ਮੈਂ ਇੱਥੇ ਰੱਖ ਦਿੰਦਾ। ਜੇ ਦੁਨਿਆਵੀ ਤੌਰ ਦੀ ਅਸੀਂ ਗੱਲ ਕਰਦੇ ਹਾਂ ਨਾ, ਅਤੇ ਮਨੋਵਿਗਿਆਨ ਇਹਦੇ ਬਾਰੇ ਇੱਕ ਸਟੇਟਮੈਂਟ ਦਿੰਦਾ ਹੈ। ਮਨੋਵਿਗਿਆਨ ਇਹ ਗੱਲ ਕਹਿੰਦਾ ਕਿ ਤੁਸੀਂ ਕਿਸੇ ਮਨੁੱਖ ਨੂੰ ਕੋਈ ਆਦਤ ਪਾਉਣੀ ਹੈ ਜਾਂ ਆਦਤ ਛਡਾਉਣੀ ਹੈ, ਉਹ ਲਗਾਤਾਰ ਕੰਮ 21 ਦਿਨ ਜਿਹੜਾ ਕੀਤਾ ਜਾਵੇ ਅਤੇ ਉਹ ਮਨੁੱਖ ਦੀ ਆਦਤ ਬਣ ਜਾਂਦੀ ਹੈ ਜਾਂ ਆਦਤ ਛੁੱਟ ਜਾਂਦੀ ਹੈ। ਕੋਈ ਵੀ ਕੰਮ ਹੈ, ਮੰਨ ਲਓ ਤੁਸੀਂ ਕਿਸੇ ਕੰਮ ਦੀ ਆਦਤ ਪਾਉਣੀ ਹੈ, ਉਹਨੂੰ 20-21 ਦਿਨ ਲਗਾਤਾਰ ਕਰਦੇ ਜਾਓ ਅਤੇ ਕੁਝ ਕੁ ਦਿਨਾਂ ਬਾਅਦ ਤੁਹਾਨੂੰ ਤੀਜੇ ਚੌਥੇ ਹਫ਼ਤੇ ਮਹਿਸੂਸ ਹੋਵੇਗਾ ਕਿ ਇਹ ਮੇਰੀ ਰੂਟੀਨ ਬਣ ਚੁੱਕੀ ਹੈ। ਇਸੇ ਤਰੀਕੇ ਦੇ ਨਾਲ ਆਦਤ ਛੱਡੀ ਵੀ ਜਾ ਸਕਦੀ ਹੈ, ਪਰ ਉਹ ਮਨੁੱਖ ਚਾਹਵੇ ਤੇ ਤਾਂ ਹੋ ਸਕਦਾ ਹੈ। ਧਰਮ ਦੀ ਦੁਨੀਆ ਦੇ ਵਿੱਚ ਅੱਜ ਕਬੀਰ ਸਾਹਿਬ ਜੀ ਕਹਿ ਰਹੇ ਨੇ, ਕਹਿਣ ਲੱਗੇ ਜਿਹੜਾ ਮਨੁੱਖ ਸਾਕਤ ਹੈ, ਸਾਕਤ ਦਾ ਅਰਥ ਹੈ ਜੀ ਰੱਬ ਤੋਂ ਟੁੱਟਿਆ ਹੋਇਆ। ਸਾਕਤ ਦੇ 3-4 ਅਰਥ ਕੀਤੇ ਨੇ ਭਾਈ ਕਾਹਨ ਸਿੰਘ ਨਾਭਾ ਨੇ। ਇੱਕ ਸਾਕਤ ਦਾ ਅਰਥ ਹੈ ਸ਼ਕਤੀ ਦਾ ਪੁਜਾਰੀ, ਦੇਵੀ ਦਾ ਪੁਜਾਰੀ ਵੀ ਹੈ। ਪਰ ਇੱਥੇ ਸਾਕਤ ਦਾ ਅਰਥ ਕਰਨਾ ਜਿਹੜਾ ਮਨੁੱਖ ਰੱਬ ਦੇ ਨਾਲੋਂ ਟੁੱਟਿਆ ਹੋਇਆ ਹੈ। ਤੇ ਕਬੀਰ ਸਾਹਿਬ ਕਹਿਣ ਲੱਗੇ ਕਿ ਜਿਹੜਾ ਸਾਕਤ ਮਨੁੱਖ ਹੈ
ਉਹਨੂੰ ਭੁੱਲ ਕੇ ਵੀ ਤੁਸੀਂ ਸਮਝਾਉਣ ਦਾ ਯਤਨ ਨਾ ਕਰੋ। ਜੇ ਤੁਸੀਂ ਕੁਝ ਕਰਨਾ ਚਾਹੁੰਦੇ ਜੇ ਤੇ ਆਪ ਨਾਮ ਜਪੀ ਜਾਓ, ਤੁਹਾਡਾ ਜਪਿਆ ਹੋਇਆ ਨਾਮ ਤੁਹਾਡਾ ਭਲਾ ਕਰ ਜਾਵੇਗਾ। ਸਾਖਤ ਮਨੁੱਖ ਨੂੰ ਸਮਝਾਉਣ ਦਾ ਕੋਈ ਬਹੁਤਾ ਚੰਗਾ ਲਾਭ ਨਹੀਂ ਮਿਲਦਾ ਸਾਨੂੰ। ਅੱਜ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਕਿ ਰਾਮ 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 ਰਮੇ ਰਮ ਰਹੀਐ। ਰਮੇ ਰਮ ਦਾ ਅਰਥ ਉਹਦੇ ਵਿੱਚ ਹੀ ਰਮਣਾ ਚਾਹੀਦਾ, ਭਾਵ ਉਹਨੂੰ ਹੀ ਸਿਮਰਦੇ ਰਹਿਣਾ ਚਾਹੀਦਾ। ਕਿਹਨੂੰ? ਰਾਮ ਰਾਮ ਰਾਮ। ਉਹਨੂੰ ਪ੍ਰਮਾਤਮਾ ਨੂੰ ਹੀ ਮਨ ਕਰਕੇ ਬਚਨ ਤੇ ਕਰਮ ਕਰਕੇ ਹਮੇਸ਼ਾ ਤੁਸੀਂ ਯਾਦ ਕਰਦੇ ਰਹੋ। ਸਾਖਤ ਸਿਉ ਭੂਲ ਨਹੀਂ ਕਹੀ ਹੈ। ਕਹਿੰਦੇ ਜਿਹੜਾ ਸਾਖਤ ਮਨੁੱਖ ਰੱਬ ਤੋਂ ਟੁੱਟਿਆ ਹੈ ਨਾ, ਉਹਨੂੰ ਸਮਝਾਉਣ ਦਾ ਯਤਨ ਨਾ ਕਰੋ। ਜੇ ਤੁਸੀਂ ਉਹਨੂੰ ਸਮਝਾਉਣ ਦਾ ਯਤਨ ਕਰੋਗੇ ਨਾ ਤੇ ਤੁਹਾਡਾ ਟਾਈਮ ਵੇਸਟ ਹੁੰਦਾ ਹੈ। ਤੇ ਜੇ ਤੁਸੀਂ ਉਹਨੂੰ ਬਹੁਤ ਵਾਰ ਸਮਝਾ ਵੀ ਦਿੰਦੇ ਨਹੀਂ ਵੀ ਸਮਝਦਾ, ਤੇ ਮਨੁੱਖ ਆਪਣੇ ਮਨ ਦੇ ਉੱਤੇ ਇਹ ਗੱਲ ਲਾ ਜਾਂਦਾ ਕਿ ਮੈਂ ਉਹਨੂੰ ਇੰਨਾ ਸਮਝਾਇਆ, ਉਹ ਸਮਝਿਆ ਕੋਈ ਨਹੀਂ। ਇੱਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਬੀਰ ਸਾਹਿਬ ਦਾ ਹੋਰ ਮੈਂ ਬਚਨ ਪੜ੍ਹ ਦਿੰਦਾ ਕਿ ਰੱਬ ਤੋਂ ਟੁੱਟੇ ਹੋਏ ਮਨੁੱਖ ਦਾ ਹਾਲ ਕੀ ਹੈ। ਇੱਕ ਗੱਲ ਯਾਦ ਰੱਖਿਓ, ਜਿਹੜਾ ਧਰਮ ਦੀ ਦੁਨੀਆ ਨਾ, ਇਹ ਭਰੋਸੇ ਦੇ ਉੱਤੇ, ਵਿਸ਼ਵਾਸ ਦੇ ਉੱਤੇ ਟਿਕੀ ਹੋਈ ਹੈ। ਜੇ ਤੁਹਾਨੂੰ ਭਰੋਸਾ ਹੈ ਤਾਂ ਪਰਮਾਤਮਾ ਹੈ, ਜੇ ਭਰੋਸਾ ਨਹੀਂ ਤੇ ਪਰਮਾਤਮਾ ਨਾਂ ਦੀ ਕੋਈ ਚੀਜ਼ ਨਹੀਂ। ਜੇ ਯਕੀਨ ਹੈ, ਜੇ ਉਹਦੇ ਮਾਲਕ ਦੇ ਉੱਤੇ ਤੁਹਾਨੂੰ ਵਿਸ਼ਵਾਸ ਹੈ ਕਿ ਮੇਰਾ ਪਰਮਾਤਮਾ ਜਿਹੜਾ ਉਹ ਸਰਬ ਕਲਾ ਸਮਰੱਥ, ਤੇ ਫਿਰ ਪਰਮਾਤਮਾ ਦੀ ਹਸਤੀ ਹੈ। ਲੋਕ ਮੰਨਦੇ ਨੇ, ਬਹੁਤ ਦੁਨੀਆ ਰੱਬ ਨੂੰ ਪੂਜਦੀ ਹੈ ਇੱਕ ਵਿਸ਼ਵਾਸ ਦੇ ਸਿਰ ਤੇ। ਦੂਸਰੇ ਪੱਖ ਦੇ ਉੱਤੇ ਉਹੀਓ ਮਨੁੱਖ, ਇਹੋ ਜਿਹੇ ਵੀ ਕੁਝ ਮਨੁੱਖ ਨੇ ਜਿਹੜੇ ਬਿਲਕੁਲ ਵਿਸ਼ਵਾਸ ਹੀ ਨਹੀਂ ਰੱਖਦੇ, ਕਹਿੰਦੇ ਅਸੀਂ ਰੱਬ ਨੂੰ ਨਹੀਂ ਮੰਨਦੇ, ਜਿਉਂਦੀ ਉਹ ਵੀ ਪਏ ਨੇ, ਜ਼ਿੰਦਗੀ ਉਹਨਾਂ ਦੀ ਵੀ ਬਤੀਤ ਹੈ। ਪਰਮਾਤਮਾ ਇੱਕ ਵਿਸ਼ਵਾਸ ਦੇ ਉੱਤੇ ਚੱਲਦਾ ਹੈ। ਤੇ ਜਿਹੜਾ ਸਾਖਤ ਹੈ ਇਹ ਕੀ ਕਰਦਾ ਹੈ ਕਿ ਜਿਹੜਾ ਧਰਮੀ ਮਨੁੱਖ ਹੈ ਨਾ, ਚਲੋ ਆਪਾਂ ਧਰਮ ਦਾ ਪੱਖ ਲੈ ਰਹੇ ਹਾਂ, ਧਰਮੀ ਮਨੁੱਖ ਦੇ ਨਾਲ ਸਾਖਤ ਮਨੁੱਖ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਕਿ ਇਹ ਬਹੁਤ ਬਹਿਸਬਾਜ਼ੀ ਕਈ ਵਾਰੀ ਕਰਦਾ ਹੈ। ਕਈ ਵਾਰੀ ਤੁਹਾਨੂੰ ਇੱਦਾਂ ਦਾ ਮਨੁੱਖ ਮਿਲੇਗਾ, ਤੁਸੀਂ ਰੋਜ਼ ਗੁਰੂ ਘਰ ਆਉਂਦੇ ਜੇ, ਬਾਣੀ ਪੜ੍ਹੋ, ਨਾਮ ਜਪੋ, ਚੰਗੇ ਪਾਸੇ ਲੱਗੋ, ਤੇ ਸਾਖਤ ਮਨੁੱਖ ਕਈ ਵਾਰੀ ਸੋਚ ਕੇ ਕਹਿ ਦਿੰਦਾ ਕਿ ਤੂੰ ਰੋਜ਼ ਜਾਂਦਾ ਹੈ ਗੁਰੂ ਘਰ ਦੇ ਵਿੱਚ, ਤੈਨੂੰ ਮਿਲਦਾ ਕੀ, ਉੱਥੇ ਜਾਣ ਦਾ ਫਾਇਦਾ ਕੀ ਹੈ। ਤੇ ਬਾਣੀ ਨੇ 2-4 ਉਦਾਹਰਨਾਂ ਦਿੱਤੀਆਂ ਨੇ, ਮੈਂ 1-2 ਉਦਾਹਰਨਾਂ ਦੇ ਦਿੰਦਾ। ਇੱਕ ਤੇ ਜਿਹੜਾ ਮਨੁੱਖ ਰੱਬ ਤੋਂ ਟੁੱਟਿਆ ਹੋਇਆ ਹੈ ਨਾ, ਜਿਹੜਾ ਤਰਕਵਾਦੀ ਹੈ, ਉਹ ਇੱਕ ਦਿਨ ਇਉਂ ਇਕੱਲਾ ਪੈ ਜਾਂਦਾ। ਗੁਰੂ ਨਾਨਕ ਸਾਹਿਬ ਕਹਿੰਦੇ ਜਿਵੇਂ ਤਿਲਾਂ ਦੀ ਖੇਤੀ ਦੇ ਵਿੱਚ ਬਵਾੜ ਦਾ ਬੂਟਾ ਬਚਿਆ ਰਹਿ ਜਾਵੇ। ਜਿਸ ਮਨੁੱਖ ਨੂੰ ਕਿਸੇ ਤੇ ਵਿਸ਼ਵਾਸ ਨਹੀਂ, ਜਿਹਨੂੰ ਰੱਬ ਤੇ ਵਿਸ਼ਵਾਸ ਨਹੀਂ, ਉਹ ਹੋਰ ਕਿਸੇ ਤੇ ਕਿੱਥੋਂ ਵਿਸ਼ਵਾਸ ਕਰੇਗਾ। ਉਹ ਪਰਿਵਾਰ ਦੇ ਵਿੱਚ ਵੀ ਕਟਾਕਸ਼ ਕਰਦਾ ਹੈ, ਰਿਸ਼ਤਿਆਂ ਦੇ ਵਿੱਚ ਵੀ ਕਟਾਕਸ਼ ਕਰਦਾ, ਇੱਕ ਦਿਨ ਇਕੱਲੇ ਦਾ ਇਕੱਲਾ ਬਚ ਕੇ ਰਹਿ ਜਾਂਦਾ ਹੈ। ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇੱਕ ਬੜਾ ਪਿਆਰਾ ਸ਼ਲੋਕ ਆਸਾਂ ਦੀ ਵਾਰ ਦੇ ਵਿੱਚ ਆਪਾਂ ਵਾਚਿਆ ਸੀ ਕਿ ਨਾਨਕ ਗੁਰੂ ਨਾ ਚੇਤਨੀ। ਸਾਖਤ ਮਨੁੱਖ ਕੌਣ ਹੈ? ਜਿਹੜਾ ਰੱਬ ਦਾ ਚਿੰਤਨ ਨਹੀਂ ਕਰਦਾ, ਮਨ ਆਪਣੇ ਸੁਚੇਤ, ਆਪਣੇ ਮਨ 'ਚ ਬੜਾ ਸਿਆਣਾ ਬਣਿਆ ਫਿਰਦਾ ਕਿ ਮੇਰੇ ਨਾਲ ਦਾ ਸਿਆਣਾ ਕੋਈ। ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ, ਛੁੱਟੈ ਤਿਲ ਬਵਾੜ ਜਿਉ, ਸੁਣਿਐ ਅੰਦਰ ਖੇਤ, ਖੇਤੈ ਅੰਦਰ ਛੁੱਟਿਆ, ਕਹੋ ਨਾਨਕ ਸੋ ਨਾਹਾ, ਫਲੀਆਂ ਫੁਲੀਆਂ ਬਪੜੇ ਪੀ ਤਨ ਵਿੱਚ ਸੁਆਹਾ। ਕਹਿੰਦੇ ਜਿਵੇਂ ਤਿਲਾਂ ਦੀ ਖੇਤੀ ਦੇ ਵਿੱਚ ਬਵਾੜ ਦਾ ਬੂਟਾ ਉੱਗ ਪਵੇ, ਵੇਖਣ ਨੂੰ ਉਹ ਵੀ ਬੜਾ ਸੋਹਣਾ ਮੋਟਾ ਤਾਜ਼ਾ ਹੁੰਦਾ ਹੈ, ਪਰ ਉਹਨੂੰ ਖੋਲ੍ਹ ਕੇ ਵੇਖਿਆ ਜਾਵੇ ਉਹਦੇ ਅੰਦਰ ਸੁਆਹ ਹੈ। ਸਾਖਤ ਮਨੁੱਖ ਵੀ ਦੁਨਿਆਵੀ ਤੌਰ ਤੇ ਤਰੱਕੀ ਕਰਦਾ ਹੈ, ਕਾਰੋਬਾਰ ਹਰੇਕ ਕੁਝ ਚੱਲਦਾ ਹੈ, ਪਰ ਜਦੋਂ ਉਹਦੇ ਅੰਦਰ ਭਰੋਸੇ ਦੀ, ਯਕੀਨ ਦੀ ਤੁਸੀਂ ਝਾਤੀ ਮਾਰਦੇ, ਕੇਵਲ ਤੇ ਕੇਵਲ ਸੁਆਹ ਹੱਥ ਲੱਗਦੀ, ਉਹ ਰੱਬ ਦੇ ਉੱਤੇ ਭਰੋਸਾ ਕੋਈ ਨਹੀਂ ਕਰਦਾ। ਤੇ ਇਹੋ ਜਿਹਾ ਮਨੁੱਖ ਜਿਹੜੀ ਮੈਂ ਬੇਨਤੀ ਕਰ ਰਿਹਾ ਸਾਂ, ਫਿਰ ਧਰਮ ਦੀ ਦੁਨੀਆ ਦੇ ਵਿੱਚ ਜਿਹੜਾ ਵਿਸ਼ਵਾਸੀ ਮਨੁੱਖ ਹੈ, ਉਹਦਾ ਯਕੀਨ ਤੋੜਨ ਦਾ ਬੜਾ ਯਤਨ ਕਰਦਾ ਹੈ। ਉਹ ਕਬੀਰ ਸਾਹਿਬ ਦਾ ਗੌੜੀ ਰਾਗ ਦਾ ਬਚਨ ਹੈ, ਕਹਿਣ ਲੱਗੇ ਉਹ ਮਨੁੱਖ ਕਰਦਾ ਕੀ ਹੈ ਜੀ, ਹਰ ਜਸ ਸੁਣੈ ਨਾ ਹਰ ਗੁਣ ਗਾਵੈ। ਕਹਿੰਦੇ ਨਾ ਤੇ ਉਹ ਪਰਮਾਤਮਾ ਦੇ ਗੁਣਾਂ ਨੂੰ ਗਾਇਨ ਕਰਦਾ ਹੈ ਤੇ ਨਾ ਹੀ ਉਹਨੂੰ ਸੁਣਦਾ ਹੈ। ਦੋ ਤਰੀਕੇ ਨੇ ਨਾ ਸਾਡੇ ਅੰਦਰ ਬਾਣੀ ਜਾਣਦੇ, ਅਸੀਂ ਗਾ ਸਕਦੇ ਹਾਂ ਰਸਨਾ ਦੇ ਨਾਲ, ਕੰਨਾਂ ਦੇ ਨਾਲ ਸੁਣ ਸਕਦੇ ਹਾਂ। ਕਬੀਰ ਸਾਹਿਬ ਕਹਿੰਦੇ ਉਹ ਮਨੁੱਖ ਨਾ ਕਦੀ ਸੁਣਦਾ ਹੈ, ਨਾ ਕਦੀ ਬਾਣੀ ਪੜ੍ਹਦਾ। ਹਰ ਜਸ ਸੁਣੈ ਨਾ ਹਰ ਗੁਣ ਗਾਵੈ, ਬਾਤਨ ਹੀ ਅਸਮਾਨ ਗਿਰਾਵੈ। ਤੇ ਜਦੋਂ ਗੱਲਾਂ ਚੱਲਦੀਆਂ ਨੇ, ਗੱਲਾਂ ਦੇ ਨਾਲ ਅਸਮਾਨ ਨੂੰ ਤਾਕੀਆਂ ਲਾਉਣ ਤੱਕ ਜਾਂਦਾ ਹੈ, ਜਿਵੇਂ ਰੱਬ ਹੀ ਥੱਲੇ ਸੁੱਟ ਲੈਣਾ ਬੰਦਾ ਹੈ, ਜਿਵੇਂ ਇਹਦੇ ਨਾਲ ਦਾ ਸਿਆਣਾ ਮਨੁੱਖ ਹੀ ਕੋਈ ਨਹੀਂ। ਤੇ ਯਾਦ ਰੱਖਿਓ ਜਿਹੜੇ ਤਰਕਵਾਦੀ ਹੁੰਦੇ ਨੇ ਨਾ, ਉਹ ਧਰਮੀ ਮਨੁੱਖ ਦੇ ਨਾਲੋਂ ਕਈ ਗੁਣਾ ਵੱਧ ਨੌਲੇਜ ਰੱਖਦੇ ਨੇ, ਕਿਉਂਕਿ ਉਹਨਾਂ ਦਾ ਕਰਮ ਹੈ ਕਟਾਕਸ਼ ਕਰਨਾ। ਉਹਨਾਂ ਨੇ ਇਸ ਚੀਜ਼ 'ਤੇ ਵੇਖਣਾ ਕਿ ਜੋ ਇਹ ਬੋਲਿਆ ਜਾ ਰਿਹਾ ਇਹਨੂੰ ਮੈਂ ਕੱਟਣਾ ਕਿਵੇਂ ਹੈ। ਤੇ ਜੇ ਤੁਸੀਂ ਕਿਸੇ ਚੀਜ਼ ਨੂੰ ਦਲੀਲ ਦੇ ਨਾਲ ਕੱਟਣਾ ਹੋਵੇ, ਕੋਈ ਵੀ ਚੀਜ਼ ਭਰੋਸੇ ਦੇ ਨਾਲ ਚੱਲਦੀ, ਉਹਨੂੰ ਬੇਭਰੋਸੇ ਹੋ ਕੇ ਤੁਸੀਂ ਮਿੰਟੋ ਮਿੰਟ ਹੀ ਕੱਟ ਸਕਦੇ। ਜੇ ਹਰ ਜਸ ਸੁਣੈ ਨਾ ਹਰ ਗੁਣ ਗਾਵੈ, ਬਾਤਨ ਹੀ ਅਸਮਾਨ ਗਿਰਾਵੈ। ਕਬੀਰ ਸਾਹਿਬ ਕਹਿ ਲਗੇ ਐਸੇ ਲੋਗਨ ਸਿਉ ਕਿਆ ਕਹੀਏ। ਕਹਿੰਦੇ ਮੈਨੂੰ ਦੱਸੋ ਇਹੋ ਜਿਹੇ ਲੋਕਾਂ ਨੂੰ ਹੁਣ ਕੀ ਜਾ ਕੇ ਸਮਝਾਈਏ। ਕਿਉਂ? ਕਿਉਂਕਿ ਜੋ ਪ੍ਰਭ ਕੀਏ ਭਗਤ ਤੇ ਬਾਹਜ। ਬਾਹਜ ਦਾ ਅਰਥ ਹੈ ਸਖਣੇ। ਕਹਿੰਦੇ ਜਿਨ੍ਹਾਂ ਨੂੰ ਰੱਬ ਨੇ ਆਪ ਬੰਦਗੀ ਤੋਂ ਸਖਣੇ ਰੱਖਿਆ ਹੈ,
ਤਿੰਨ ਤੇ ਸਦਾ ਡਰਾਨੇ ਰਹੀਏ। ਡਰਾਨੇ ਦਾ ਅਰਥ ਕਰਾਂਗੇ ਦੂਰ। ਕਹਿੰਦੇ ਇਹੋ ਜਿਹੇ ਮਨੁੱਖ ਤੋਂ ਦੂਰ ਹੀ ਰਹਿਣਾ ਚੰਗਾ ਜਿਨੇ ਕਦੀ ਪ੍ਰਮਾਤਮਾ ਦਾ ਨਾਮ ਹੀ ਨਹੀਂ ਜਪਿਆ। ਮੈਂ ਇੱਥੇ ਇੱਕ ਛੋਟੀ ਜਿਹੀ ਉਦਾਹਰਨ ਦੇ ਦਿੰਦਾ। ਇੱਕ ਮਨੁੱਖ ਇੱਥੋਂ ਮੰਨ ਲਓ ਕੋਈ ਟਰੈਵਲ ਕਰਦਾ ਹੈ, ਕੋਈ ਜਲੰਧਰ ਨੂੰ, ਕੋਈ ਲੁਧਿਆਣੇ ਨੂੰ ਜਾਂਦਾ ਹੈ, ਰਸਤਾ ਰੋਡ ਬੜਾ ਖਰਾਬ ਹੈ। ਜਿਹੜਾ ਉੱਥੇ ਜਾ ਚੁੱਕਾ ਹੈ ਨਾ, ਜਿਹਨੇ ਉਹ ਉੱਥੋਂ ਆਉਂਦਾ ਜਾਂਦਾ, ਉਹ ਤੁਹਾਨੂੰ ਆਣ ਕੇ ਸਮਝਾਵੇਗਾ ਕਿ ਭਲਿਆ ਆਹ ਰਾਹ ਥਾਣੀ ਨਾ ਜਾਵੀਂ, ਸੜਕ ਟੁੱਟੀ ਹੋਈ ਹੈ, ਦੂਸਰੇ ਰਸਤੇ 'ਤੇ ਚੱਲ ਜੀ, ਸੜਕ ਚੰਗੀ ਹੈ। ਜਿਹੜਾ ਜਾਂਦਾ ਉਹਨੂੰ ਪਤਾ ਹੈ ਰਸਤਾ ਖਰਾਬ ਕਿਹੜਾ ਅਤੇ ਰਸਤਾ ਸਹੀ ਕਿਹੜਾ। ਜਿਹਨੇ ਕਦੀ ਗਿਆ ਨਹੀਂ ਉਹ ਕਹਿੰਦਾ ਐਵੇਂ ਮਾਰੀ ਜਾਂਦਾ, ਸੜਕਾਂ ਬਣੀਆਂ ਨੇ, ਲੱਖਾਂ ਲੋਕ ਜਾਂਦੇ ਹੀ ਨੇ। ਸੋ ਇਸ ਕਰਕੇ ਜਿਹੜਾ ਮਨੁੱਖ ਪ੍ਰਮਾਤਮਾ ਦਾ ਨਾਮ ਨਹੀਂ ਜਪਦਾ, ਕਦੀ ਉਹਨੇ ਗੁਣ ਨਹੀਂ ਗਾਏ, ਕਦੀ ਰੂਹਾਨੀਅਤ ਦੇ ਮਾਰਗ 'ਤੇ ਚੱਲਿਆ ਨਹੀਂ, ਉਹ ਇਹੋ ਗੱਲ ਹੀ ਕਹਿੰਦਾ ਦੁਨੀਆ ਚੱਲੀ ਜਾਂਦੀ ਹੈ, ਰੱਬ ਦੀ ਕੀ ਲੋੜ ਹੈ। ਕਬੀਰ ਸਾਹਿਬ ਕਹਿ ਲਗੇ ਐਸੇ ਲੋਗਨ ਸਿਓ ਕਿਆ ਕਹੀਏ। ਇਹੋ ਜਿਹੇ ਲੋਕਾਂ ਨੂੰ ਕੀ ਸਮਝਾਈਏ। ਜੋ ਪ੍ਰਭ ਕੀਏ ਭਗਤ ਤੇ ਬਾਹਜ ਤਿੰਨ ਤੇ ਸਦਾ ਡਰਾਨੇ ਰਹੀਏ ਰਹਾਓ। ਅੱਗੇ ਕਹਿ ਲਗੇ ਆਪਣਾ ਦੇਹ ਚੁਰੂ ਪਰ ਪਾਨੇ। ਕਹਿੰਦੇ ਆਪਣਾ ਉਹਨਾਂ ਦਾ ਹਾਲ ਪਤਾ ਕੀ ਹੈ ਸਾਖਤ ਮਨੁੱਖ ਦਾ। ਆਪ ਤੇ ਕਿਸੇ ਨੂੰ ਚੂਲੀ ਭਰ ਕੇ ਵੀ ਪਾਣੀ ਦੀ ਘੁੱਟ ਵੀ ਪਾਣੀ ਦਾ ਨਹੀਂ ਜੇ ਪਿਆਉਂਦੇ, ਭਾਵ ਕੋਈ ਚੰਗੀ ਗੱਲ ਨਹੀਂ ਕਰਨਗੇ। ਤੇ ਇਹ ਨਿੰਦਾ ਜੇ ਗੰਗਾ ਆਣੀ, ਤੇ ਨਿੰਦਿਆ ਉਹਨਾਂ ਦੀ ਕਰਨਗੇ ਜਿਨ੍ਹਾਂ ਨੇ ਗੰਗਾ ਵਰਗੀਆਂ ਨਦੀਆਂ ਵਹਾ ਕੇ ਰੱਖ ਦਿੱਤੀਆਂ। ਭਾਵ ਆਪ ਕਦੀ ਕੋਈ ਨੇਕ ਕੰਮ ਨਹੀਂ ਕਰਨਾ, ਤੇ ਜਿਹੜਾ ਮਨੁੱਖ ਸਾਰੀ ਉਮਰ ਨੇਕ ਕੰਮ ਕਰੀ ਜਾਂਦਾ ਉਹਦੇ ਤੇ ਕਟਾਕਸ਼ ਕਰੀ ਜਾਣਾ। ਇਹ ਤੇ ਸਾਰਾ ਕੁਝ ਖਾ ਪੀ ਗਏ ਨੇ। ਇੱਦਾਂ ਚੱਲਦਾ ਹੈ ਨਾ। ਤੇ ਇੱਕ ਗੱਲ ਯਾਦ ਰੱਖਿਓ, ਬਦਨਾਮੀ ਉਹਦੀ ਹੁੰਦੀ ਹੈ ਜਿਹਦੇ ਪੱਲੇ ਕੁਛ ਹੁੰਦਾ। ਜਿਹਨੇ ਕੀਤਾ ਹੀ ਕੱਖ ਨਹੀਂ ਉਹਦੀ ਬਦਨਾਮੀ ਕਦੀ ਹੋਵੇਗੀ। ਇੱਕ ਮਨੁੱਖ ਸੋਸ਼ਲ ਵਰਕਰ ਹੈ, ਉਹ ਕੋਈ ਕੰਮ ਕਰ ਰਿਹਾ ਹੈ, ਜਿਹੜਾ ਕੰਮ ਕਰੇ ਉਹਦੀ ਬਦਨਾਮੀ ਹੈ। ਜਿਹੜਾ ਘਰ ਬੈਠਾ ਉਹਦੀ ਕਦੀ ਬਦਨਾਮੀ ਕੀ ਆਖੋਗੇ ਜੀ, ਘਰੇ ਬੈਠਾ ਰਹਿੰਦਾ, ਉਹ ਤਾਂ ਸਾਰਿਆਂ ਨੂੰ ਪਤਾ ਹੈ। ਸੋ ਇਸ ਕਰਕੇ ਜਿਹੜਾ ਕੰਮ ਕਰਦਾ ਬਦਨਾਮੀ ਉਹਦੀ ਹੈ। ਤੇ ਇਹੋ ਜਿਹੇ ਮਨੁੱਖ ਹੀ ਬਦਨਾਮੀ ਕਰਦੇ ਨੇ ਜਿਨ੍ਹਾਂ ਨੇ ਕਦੀ ਡੱਕਾ ਭੰਨ ਕੇ ਦੂਰਾ ਨਹੀਂ ਕੀਤਾ ਹੁੰਦਾ। ਆਪਨਾ ਦੇਹ ਚੁਰੂ ਭਰ ਪਾਨੀ ਤੇ ਨਿੰਦੇ ਜੇ ਗੰਗਾ ਆਨੀ। ਕਹਿਣਗੇ ਬੈਠਤ ਉਠਤ ਕੁਟਲਿਤਾ ਚਾਲੇ। ਕੁਟਲਿਤਾ ਅਰਥ ਕਰਾਂਗੇ ਟੇਢੀਆਂ ਚਾਲਾਂ। ਉੱਠਦਿਆਂ ਬੈਠਦਿਆਂ ਸਕੀਮਾਂ ਜੀਆਂ ਘੜੀ ਜਾਣਗੇ, ਪੁੱਠੀਆਂ ਦੀਆਂ ਪੁੱਠੀਆਂ ਸਕੀਮਾਂ ਘੜੀ ਜਾਣਗੇ। ਬੈਠਤ ਉਠਤ ਕੁਟਲਿਤਾ ਚਾਲੈ। ਕਹਿਣ ਲੱਗੇ ਆਪ ਗਏ ਔਰ ਉਹਨੂੰ ਘਾਲੈ। ਕਹਿੰਦੇ ਆਪ ਤੇ ਗਏ ਗੁਜਰੇ ਨੇ, ਆਪ ਦੇ ਹੱਥੀਂ ਕੋਈ ਸੇਵਾ ਨਹੀਂ, ਕੋਈ ਦਾਨ ਨਹੀਂ, ਕੋਈ ਪੁੰਨ ਨਹੀਂ, ਕਿਸੇ ਦਾ ਨੇਕ ਕੰਮ ਨਹੀਂ, ਕੋਈ ਭਲਾ ਕਰਮ ਨਹੀਂ। ਤੇ ਲੋਕਾਂ ਨੂੰ ਵੀ ਪੁੱਠੀ ਮੱਤ ਦੇਣਗੇ ਕਿ ਇਹੋ ਜਿਹੇ ਤੂੰ ਕੰਮ ਨਾ ਕਰਿਆ ਕਰ। ਬੈਠਤ ਉਠਤ ਕੁਟਲਤਾ ਚਾਲੇ ਆਪ ਗਏ ਔਰ ਉਹਨੂੰ ਘਾਲੈ। ਕਹਿੰਦੇ ਇਹੋ ਜਿਹੇ ਮਨੁੱਖ ਦਾ ਹਾਲ ਕੀ ਹੈ। ਕਹਿਣ ਲੱਗੇ ਇਹ ਮਨੁੱਖ ਕੀ ਕਰਦਾ ਹੈ ਕਿ ਇਹ ਲੋਕਾਂ ਨੂੰ ਉਹੋ ਜਿਹੀਆਂ ਸਲਾਹਾਂ ਦਿੰਦਾ। ਆਪ ਗਏ ਔਰ ਉਹਨੂੰ ਖੋਵੈ। ਕਹਿੰਦੇ ਆਪ ਤੇ ਗਏ ਗੁਜਰੇ ਨੇ ਤੇ ਲੋਕਾਂ ਨੂੰ ਵੀ ਰਸਤੇ ਤੋਂ ਖੁਝਾਉਂਦੇ ਪਏ ਨੇ। ਆਗ ਲਗਾਏ ਮੰਦਰ ਮਹਿ ਸੋਵੈ। ਮੰਦਰ ਕਹਿੰਦੇ ਨੇ ਘਰ ਨੂੰ। ਕਹਿੰਦੇ ਇਹ ਤੇ ਇੱਦਾਂ ਜਿਵੇਂ ਕੋਈ ਅੱਗ ਲਾ ਕੇ ਆਪਣੇ ਘਰ ਦੇ ਵਿੱਚ ਸੌਂ ਗਿਆ ਹੋਵੇ। ਛਾੜ ਕੋ ਚਰਚਾ ਆਣ ਨਾ ਜਾਣੈ, ਬ੍ਰਹਮਾ ਹੂੰ ਕੋ ਕਹਿਆ ਨਾ ਮੰਨੈ। ਇਹ ਦੋ ਚੀਜ਼ਾਂ ਨੇ, ਇੱਕ ਚਰਚਾ, ਇੱਕ ਹੈ ਕੁਚਰਚਾ। ਚਰਚਾ ਦਾ ਅਰਥ ਹੈ ਵਿਚਾਰ, ਕੁਚਰਚਾ ਦਾ ਅਰਥ ਹੈ ਉਹ ਵਿਚਾਰ ਜਿਨ੍ਹਾਂ ਦੇ ਵਿੱਚੋਂ ਫੋਕੀ ਬਹਿਸ ਤੋਂ ਸਿਵਾਏ ਨਿਕਲਣਾ ਕੁਛ ਨਹੀਂ। ਆਪ ਤੇ ਬਹਿਸ ਤੋਂ ਬਿਨਾਂ ਕੁਛ ਕਰਦੇ ਨਹੀਂ ਹੈ। ਛਾੜ ਕੋ ਚਰਚਾ ਆਣ ਨਾ ਜਾਣੈ। ਬ੍ਰਹਮਾ, ਬ੍ਰਹਮਾ ਦਾ ਅਰਥ ਕਰਾਂਗੇ ਸਿਆਣਾ। ਕਿਸੇ ਸਿਆਣੇ ਮਨੁੱਖ ਦੀ ਕੋਈ ਦਲੀਲ ਅਪੀਲ ਨਹੀਂ ਮੰਨਦੇ। ਕੋਈ ਸਿਆਣਾ ਮਨੁੱਖ ਕਹਿ ਵੀ ਦੇਵੇ ਭਾਈ ਇੱਦਾਂ ਨਹੀਂ ਚੱਲਦਾ, ਉਹ ਕਹਿੰਦਾ ਤੈਨੂੰ ਕੀ ਪਤਾ ਹੈ। ਛਾੜ ਕੋ ਚਰਚਾ ਆਣ ਨਾ ਜਾਣੈ, ਬ੍ਰਹਮਾ ਹੂੰ ਕੋ ਕਹਿਓ ਨਾ ਮਾਨੈ। ਆਪ ਗਏ ਔਰ ਨੂੰ ਖੋਵੈ, ਆਗ ਲਗਾਏ ਮੰਦਰ ਮੈਂ ਸੋਵੈ। ਅਵਰਨ ਹਸਤ ਆਪ ਹੈ ਕਾਨੇ। ਕਾਨੇ ਦਾ ਅਰਥ ਕਰਾਂਗੇ ਕਾਣੇ, ਭਾਵ ਆਪਣੇ ਪੱਲੇ ਤੇ ਜਿਹੜਾ ਕੋਈ ਚੰਗਾ ਗੁਣ ਨਹੀਂ ਹੈ। ਆਪ ਔਗਣਾਂ ਦੇ ਨਾਲ ਭਰੇ ਨੇ, ਤੇ ਜਿਹੜੇ ਵਿਚਾਰੇ ਕੋਈ ਚੰਗਾ ਕੰਮ ਕਰਨ ਦਾ ਯਤਨ ਕਰਦੇ ਨੇ ਉਹਨਾਂ ਦਾ ਫਿਰ ਮਖੌਲ ਉਡਾਉਂਦੇ ਨੇ। ਇੱਕ ਗੱਲ ਯਾਦ ਰੱਖਿਓ, ਜੇ ਤੁਸੀਂ ਗੁਰੂ ਘਰ 'ਚ ਆਉਂਦੇ ਨੇ ਨਾ, ਬਹੁਤ ਸਾਰੇ ਲੋਕ ਤੁਹਾਨੂੰ ਤੋੜਨ ਵਾਲੇ ਪਾਸੇ ਲੱਗੇ ਹੁੰਦੇ ਨੇ। ਕਈ ਕਹਿਣਗੇ ਲੈ ਸਾਰੀ ਦਿਹਾੜੀ ਬਾਹਰ ਫਿਰਦਾ ਰਹਿੰਦਾ, ਸ਼ਾਮ ਨੂੰ ਗੁਰਦੁਆਰੇ ਚਲਿਆ ਜਾਂਦਾ ਹੈ। ਕਈ ਲੋਕ ਕਹਿਣਗੇ ਤੂੰ ਬਾਣੀ ਪੜ੍ਹ ਕੇ ਕੀ ਕਰਨੀ ਹੈ, ਤੂੰ ਨਾਮ ਜਪ ਕੇ, ਤੂੰ ਸੇਵਾ ਕਰਕੇ ਕੀ ਕਰਨੀ ਹੈ। ਤੇ ਮੈਂ ਇੱਥੇ ਬੇਨਤੀ ਕਰਾਂ, ਅੰਮ੍ਰਿਤ ਬਾਣੀ ਦਾ ਬੜਾ ਪਿਆਰਾ ਫੈਸਲਾ ਹੈ। ਸਤਿਗੁਰਾਂ ਦੀ ਬਾਣੀ ਕਹਿੰਦੀ ਹੈ ਜਦੋਂ ਤੁਸੀਂ ਕੋਈ ਇਹੋ ਜਿਹਾ ਕਰਮ ਕਰਨਾ ਹੈ ਨਾ, ਇਹ ਨਾਮ ਜਪਣਾ ਹੈ, ਬਾਣੀ ਪੜ੍ਹਨੀ, ਕਿਸੇ ਨੂੰ ਦੱਸਣ ਦੀ ਲੋੜ ਹੀ ਕੋਈ ਨਹੀਂ ਹੈ। ਕਿਸੇ ਨੂੰ ਕਹਿਣ ਦੀ ਲੋੜ ਨਹੀਂ ਮੈਂ ਗੁਰੂ ਘਰ ਜਾਣਾ ਜਾਂ ਨਹੀਂ ਜਾਣਾ। ਕਿਉਂਕਿ ਜਿਹੜਾ ਮਨੁੱਖ ਤੁਹਾਡਾ ਸਾਥੀ ਹੈ, ਜਿਹੜਾ ਸਤ ਸੰਗੀ ਹੈ, ਉਹਨੂੰ ਤੁਸੀਂ ਕਹੋਗੇ ਉਹ ਤੇ ਤੁਹਾਡੇ ਨਾਲ ਚੱਲੇਗਾ। ਅੱਜ ਜਿਹੜੀ ਗੱਲ ਕਬੀਰ ਸਾਹਿਬ ਕਹਿ ਰਹੇ ਨੇ, ਸਾਖਤ ਨੂੰ ਤੁਸੀਂ ਜਿੰਨਾ ਮਰਜ਼ੀ ਕਹਿ ਦਿਓ ਆ ਜਾ ਗੁਰੂ ਘਰ ਚਲਿਓ, ਆਂਦਾ ਉੱਥੇ ਕੀ ਹੈ, ਜੇ ਜਾਵਾਂਗੇ ਕੜਾਹ ਲੈ ਕੇ ਵਾਪਸ ਆ ਜਾਵਾਂਗੇ, ਉੱਥੇ ਕੀ ਮਿਲਣਾ। ਕਿਉਂਕਿ ਆਪੋ ਆਪਣੀ ਸੋਚ ਹੈ। ਕਬੀਰ ਸਾਹਿਬ ਕਹਿਣ ਲੱਗੇ ਕਿ ਇਹੋ ਜਿਹੇ ਮਨੁੱਖ ਕੀ ਕਰਦੇ ਨੇ ਕਿ ਅਵਰਨ ਹਸਤ ਆਪ ਹੈ ਕਾਨੇ। ਆਪ ਤੇ ਕਾਣੇ ਨੇ, ਆਪ ਤੇ ਪੱਲੇ ਕੁਝ ਹੈ ਨਹੀਂ, ਤੇ ਲੋਕਾਂ ਦਾ ਮਖੌਲ ਉਡਾਉਂਦੇ ਨੇ। ਤਿਨਕੋ ਦੇਖ ਕਬੀਰ ਲਿਜਾਨੇ। ਕਬੀਰ ਸਾਹਿਬ ਕਹਿੰਦੇ ਮੈਨੂੰ ਸ਼ਰਮ ਆਉਂਦੀ ਇਹੋ ਜਿਹੇ ਲੋਕਾਂ ਵੱਲ ਵੇਖ ਕੇ, ਕਿਹੜੇ ਜਿਨ੍ਹਾਂ ਦੇ ਪੱਲੇ ਕੁਛ ਨਹੀਂ। ਸਾਖਤ ਪੁਣੇ ਵਾਲੇ ਲੋਕ ਜਿਹੜੇ ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰਦੇ ਨੇ। ਇਹ ਸਾਖਤ ਦਾ ਹਾਲ ਕੀ ਹੁੰਦਾ। ਇੱਕ ਚਲੋ ਗੁਰੂ ਰਾਮਦਾਸ ਜੀ ਦਾ ਬਚਨ ਮੈਂ ਪੜ੍ਹ ਦਿੰਦਾ। ਅਸੀਂ ਰੋਜ਼ ਸੋਹਿਲਾ ਸਾਹਿਬ 'ਚ ਬਾਣੀ 'ਚ ਪੜ੍ਹਦੇ ਹਾਂ। ਕਹਿਣ ਲੱਗੇ ਸਾਖਤ ਹਰ ਰਸ ਸਾਧਨਾ ਜਾਣਿਆ।
ਜਿਹੜਾ ਸਾਕਤ ਹੈ ਨਾ ਰੱਬ ਤੋਂ ਟੁੱਟਿਆ ਹੋਇਆ, ਜਿਹਦੇ ਅੰਦਰ ਭਰੋਸਾ ਨਹੀਂ ਹੈ, ਉਹ ਕਦੀ ਵੀ ਨਾਮ ਦਾ ਰਸ ਨਹੀਂ ਜੇ ਮਾਣ ਸਕਦਾ। ਸਾਕਤ ਹਰ ਰਸ ਸਾਧਨਾ ਜਾਣਿਆ, ਕਿਉਂ ਨਹੀਂ ਜਾਣ ਸਕਦਾ? ਤਿੰਨ ਅੰਤਰ ਹਉਮੈ ਕੰਡਾ ਹੀ, ਉਹਦੇ ਅੰਦਰ ਹਉਮੈ ਦਾ ਕੰਡਾ ਵੱਜਦਾ ਰਹਿੰਦਾ। ਕੰਡਾ ਮੈਂ ਚੰਗਾ ਹਾਂ, ਮੈਂ ਚੰਗਾ ਹਾਂ, ਜਿਉਂ ਜਿਉਂ ਚੱਲੇ ਉਹ ਜਿਉਂ ਜਿਉਂ ਹੀ ਚੱਲਦਾ ਏ। ਚੁਭੈ ਦੁੱਖ ਪਾਵੈ ਜਮਕਾਲ ਸਹਿ ਸਿਰ ਡੰਡਾ ਹੈ, ਕਹਿਣਗੇ ਅਖੀਰ ਦੇ ਸਮੇਂ ਉਹਦੇ ਸਿਰ ਦੇ ਉੱਤੇ ਜਮਾ ਦਾ ਡੰਡਾ ਆਣ ਕੇ ਉਹਨੂੰ ਪਵੇਗਾ। ਜਿਉਂ ਜਿਉਂ ਚੱਲਦਾ ਹਉਮੈ ਦਾ ਡੰਡਾ ਕੰਡਾ ਵੱਜਦਾ ਹੈ ਤੇ ਉਹ ਦੁਖੀ ਹੁੰਦਾ ਪਿਆ ਹੈ। ਇਹ ਸਾਕਤ ਮਨੁੱਖ ਦਾ ਹਾਲ ਹੈ, ਇਹ ਹਾਲ ਹੈ। ਸੋ ਇੱਥੇ ਅੱਜ ਕਬੀਰ ਸਾਹਿਬ ਜੀ ਸਮਝਾ ਰਹੇ ਨੇ, ਕਹਿਣ ਲੱਗੇ ਸਾਕਤ ਸਿਉ ਭੂਲ ਨਹੀਂ ਕਹੀ ਹੈ। ਕਹਿੰਦੇ ਸਾਕਤ ਮਨੁੱਖ ਨੂੰ ਸਮਝਾਉਣ ਦੀ ਕੋਈ ਲੋੜ ਨਹੀਂ, ਇਸ ਕਰਕੇ ਆਪਣੇ ਕੰਮ ਦੇ ਵਿੱਚ ਤੁਸੀਂ ਮਸਤ ਰਿਹਾ ਕਰੋ। ਇਹ ਅੱਜ ਦੇ ਸ਼ਬਦ ਦਾ ਅੰਤਰੀ ਭਾਵ ਹੈ। ਆਰੰਭ ਦੇ ਵਿੱਚ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਆਸਾ ਆਸਾ ਰਾਗ ਹੈ ਜੀ, ਕਹਾ ਸੁਵਾਨ ਕਉ ਸਿਮਰਤ ਸੁਨਾਏ। ਇਹ ਜਿੰਨੀਆਂ ਵੀ ਉਦਾਹਰਨਾਂ ਨੇ ਨਾ, ਇਹਦਾ ਅਰਥ ਇੱਕੋ ਹੀ ਕਰਨਾ ਹੈ ਕਿ ਰੱਬ ਦੇ ਗੱਲ ਜਿਹੜੀ ਹੈ ਉਹ ਅਣਜਾਣ ਮਨੁੱਖ ਦੇ ਕੋਲ ਕਰਨ ਦਾ ਕੋਈ ਫਾਇਦਾ ਨਹੀਂ। ਇਹ ਉਦਾਹਰਨਾਂ ਦਿੱਤੀਆਂ ਨੇ ਵੀ ਕਿਵੇਂ ਕਿਵੇਂ ਬਾਕੀਆਂ ਨੂੰ ਤੁਸੀਂ ਕੰਮ ਲਾਓ ਤੇ ਉਹ ਛੱਡ ਜੇ ਜਾਂਦੇ ਨੇ। ਕਹਾ ਦਾ ਅਰਥ ਕਰਾਂਗੇ ਕੀ ਫਾਇਦਾ ਜਾਂ ਕਿੱਥੇ, ਸੁਆਨ ਦਾ ਅਰਥ ਕੁੱਤਾ, ਸਿਮਰਤ ਦਾ ਅਰਥ ਕਰਾਂਗੇ 27 ਸਿਮਰਤੀਆਂ ਨੇ ਹਿੰਦੂ ਮਤ ਮੁਤਾਬਕ, ਤੇ ਭਾਵ ਅਰਥ ਕਰਾਂਗੇ ਧਾਰਮਿਕ ਗ੍ਰੰਥ, ਕੋਈ ਵੀ ਚੰਗੀ ਪੁਸਤਕ ਕਰ ਲਈਏ ਜਾਂ ਧਾਰਮਿਕ ਗ੍ਰੰਥ ਕਰ ਲਈਏ। ਸੁਣਾਏ ਦਾ ਅਰਥ ਹੈ ਪੜ੍ਹ ਕੇ ਸੁਣਾ ਦਿਓ। ਕਹਿੰਦੇ ਕੋਈ ਕੁੱਤਾ ਮਿਲ ਜਾਵੇ ਤੁਹਾਨੂੰ, ਅਸਲੀ ਕੁੱਤਾ, ਉਹਨੂੰ ਤੁਸੀਂ ਆਖੋਗੇ ਮੈਂ ਇਹਨੂੰ ਜਿਹੜਾ ਹੈ ਉਹ ਕਿਤਾਬਾਂ ਪੜ੍ਹ ਪੜ੍ਹ ਕੇ ਸੁਣਾਈ ਜਾਵਾਂ, ਧਾਰਮਿਕ ਗ੍ਰੰਥ ਪੜ੍ਹ ਪੜ੍ਹ ਕੇ ਸੁਣਾਈ ਜਾਵਾਂ, ਦੱਸੋ ਕੁੱਤੇ ਨੂੰ ਸੁਣ ਕੇ ਕੁਝ ਲਾਭ ਹੋ ਜਾਏਗਾ? ਕੁੱਤੇ ਤੇ ਕੁਝ ਜਿਹੜਾ ਅਸਰ ਹੋ ਜਾਏਗਾ? ਕੁੱਤਾ ਸਾਡੀ ਭਾਸ਼ਾ ਸਮਝ ਹੀ ਨਹੀਂ ਸਕਦਾ। ਜਿਹੜਾ ਜੇ ਕੁੱਤੇ ਦੀ ਅੱਜ ਜਿਹੜੀ ਬੋਲੀ ਹੈ ਨਾ ਉਹ ਇਸ਼ਾਰਿਆਂ ਦੀ ਹੈ, ਜੇ ਆਪ ਨੂੰ ਪਤਾ ਹੋਵੇ ਤੇ, ਪਰ ਜਿਹੜੀ ਉਹ ਬੋਲੀ ਸਮਝ ਹੀ ਨਹੀਂ ਸਕਦਾ, ਜਿਹੜੀ ਗੱਲ ਉਹ ਸਮਝ ਹੀ ਨਹੀਂ ਸਕਦਾ, ਉਹਦੇ ਕੋਲ ਸਿਮਰਤੀਆਂ ਦਾ ਪਾਠ ਕਰਨ ਦਾ ਕੋਈ ਲਾਭ ਨਹੀਂ ਜੇ। ਕਹਾ ਸੁਵਾਨ ਕੋ ਸਿਮਰਤ ਸੁਨਾਏ, ਕਹਾ ਸਾਕਤ ਪਹਿ ਹਰ ਗੁਣ ਗਾਏ। ਸਾਕਤ ਦਾ ਅਰਥ ਕੀਤਾ ਮੈਂ ਰੱਬ ਤੋਂ ਟੁੱਟਿਆ ਹੋਇਆ। ਕਹਿੰਦੇ ਜਿਵੇਂ ਇੱਕ ਕੁੱਤੇ ਨੂੰ ਸਿਮਰਤੀਆਂ ਸੁਣਾਉਣ ਦਾ ਕੋਈ ਫਾਇਦਾ ਨਹੀਂ ਨਾ, ਇਸੇ ਤਰੀਕੇ ਦੇ ਨਾਲ ਸਾਕਤ ਮਨੁੱਖ ਦੇ ਕੋਲ ਰੱਬ ਦੇ ਗੁਣ ਗਾਉਣ ਦਾ ਕੋਈ ਫਾਇਦਾ ਨਹੀਂ ਹੈਗਾ। ਇੱਕ ਗੱਲ ਯਾਦ ਰੱਖਿਓ, ਜਿੱਥੇ ਚਲੋ ਮੈਂ ਸੌਖਾ ਸਮਝਾ ਦਿੰਦਾ। ਅਸੀਂ ਮਾਰਕੀਟ ਜਾਂਦੇ ਹਾਂ, ਮਾਰਕੀਟ ਦੇ ਵਿੱਚ ਤੁਹਾਨੂੰ ਸਭ ਤੋਂ ਵੱਧ ਜਿਹੜੀਆਂ ਰੇਹੜੀਆਂ ਮਿਲਦੀਆਂ ਨੇ ਨਾ ਉਹ ਪਲਾਸਟਿਕ ਦੀਆਂ ਮਿਲਦੀਆਂ ਨੇ। ਅੱਜ ਪਲਾਸਟਿਕ ਦਾ ਸਮਾਨ ਬਹੁਤ ਸਸਤਾ ਹੋ ਚੁੱਕਾ ਹੈ, ਉਹ ਥਾਂ ਥਾਂ 'ਤੇ ਮਿਲਦੀ ਹੈ। ਹੀਰਿਆਂ ਦੀ ਰੇਹੜੀ ਲੱਗੀ ਵੇਖੀ ਕਦੀ ਤੁਸੀਂ? ਹੀਰਿਆਂ ਦੀ ਰੇਹੜੀ ਨਹੀਂ ਹੁੰਦੀ, ਪਲਾਸਟਿਕ ਦੀ, ਕੱਚ ਦੀਆਂ ਜਿਹੜੀਆਂ ਨੇ ਇਹਨਾਂ ਚੀਜ਼ਾਂ ਦੀਆਂ ਰੇਹੜੀਆਂ ਨੇ, ਹੀਰਿਆਂ ਦੀ ਰੇਹੜੀ ਨਹੀਂ। ਜਿਹਦੇ ਕੋਲ ਕੁਛ ਨਹੀਂ ਹੈ, ਜਿਹੜਾ ਰੱਬ ਤੋਂ ਟੁੱਟਿਆ ਹੋਇਆ ਹੈ, ਉਹ ਤੇ ਤੁਹਾਨੂੰ ਥਾਂ ਥਾਂ 'ਤੇ ਇਹੋ ਜਿਹੇ ਲੱਖਾਂ ਲੋਕ ਮਿਲ ਗਏ, ਪਰ ਜਿਹੜਾ ਰੱਬ ਦੀ ਬੰਦਗੀ ਕਰਨ ਵਾਲਾ ਬੈਠਾ ਹੈ ਉਹ ਕਿਤੇ ਵਿਰਲਾ ਵਾਂਝਾ, ਇੱਕ ਅੱਧਾ ਟਾਵਾਂ ਕਿਤੇ ਨਾ ਕਿਤੇ ਬੈਠਾ ਹੋਵੇਗਾ। ਹੁਣ ਉਹ ਵਿਰਲਾ ਵਾਂਝਾ ਆਣ ਕੇ ਰੇਹੜੀਆਂ ਦੇ ਵਿੱਚ ਫਿਰਨ ਲੱਗ ਪਏ। ਮੰਨ ਲਓ ਜਿਸ ਦਿਨ ਰੇਹੜੀਆਂ 'ਤੇ ਹੀਰੇ ਵਿਕਣ ਲੱਗ ਪਏ ਨਾ, ਉਸ ਦਿਨ ਹੀਰੇ ਦੀ ਕਦਰ ਨਹੀਂ ਜੇ ਰਹਿਣੀ। ਜਿਸ ਦਿਨ ਰੱਬ ਦਾ ਪਿਆਰਾ ਥਾਂ ਥਾਂ 'ਤੇ ਜਾ ਕੇ ਇਹ ਕਹਿਣ ਲੱਗ ਪਿਆ ਤੂੰ ਵੀ ਸੁਧਰ ਜਾ, ਤੂੰ ਵੀ ਸੁਧਰ ਜਾ, ਯਾਦ ਰੱਖਿਓ ਉਸ ਦਿਨ ਉਹਦਾ ਵੀ ਕੋਈ ਲਾਭ ਨਹੀਂ ਰਹਿਣਾ। ਉਹ ਕਿਹਨੂੰ ਕਿਹਨੂੰ ਜਾ ਕੇ ਸਮਝਾਏ? ਜੇ ਗੁਰੂ ਨਾਨਕ ਸਾਹਿਬ ਜਾ ਕੇ ਕਿਸੇ ਨੂੰ ਸਮਝਾਉਂਦੇ ਨੇ ਨਾ, ਤੇ ਆਪ ਨੂੰ ਗਿਆਤ ਹੋਵੇ ਗੁਰੂ ਨਾਨਕ ਸਾਹਿਬ ਹਰੇਕ ਮਨੁੱਖ ਨੂੰ ਨਹੀਂ ਸੀ ਮਿਲਦੇ, ਉਹ ਇਲਾਕੇ ਦੇ ਮੋਹਤਬਾਰ ਲੋਕਾਂ ਨੂੰ ਮਿਲਦੇ ਸਨ, ਆਗੂਆਂ ਨੂੰ ਮਿਲਦੇ ਸਨ। ਆਗੂਆਂ ਨੂੰ ਸੁਧਾਰ ਦਿੱਤਾ ਗਿਆ ਤੇ ਮਗਰਲੇ ਲੋਕ ਆਪਣੇ ਆਪ ਹੀ ਸੁਧਰ ਜਾਂਦੇ ਨੇ। ਇਹ ਕੰਮ ਕਰਨ ਦਾ ਤਰੀਕਾ ਹੁੰਦਾ ਹੈ। ਮੰਨ ਲਓ ਕਲਾਸ ਹੈ, ਕਲਾਸ ਦੇ ਵਿੱਚ ਉਹ ਜਿਹੜਾ ਮਨੀਟਰ ਹੈ ਉਹਨੂੰ ਤੁਸੀਂ ਸਮਝਾ ਦਿਓ, ਉਹ ਕਲਾਸ ਨੂੰ ਕੰਟਰੋਲ ਕਰ ਦੇਗਾ। ਪ੍ਰਿੰਸੀਪਲ ਹੈ, ਉਹ ਟੀਚਰ ਨੂੰ ਕਹਿ ਦਿਓ, ਉਹ ਆਪਣੀ ਕਲਾਸ ਨੂੰ ਸਮਝਾ ਦੇਗਾ। ਹੁਣ ਇਕੱਲੇ ਇਕੱਲੇ ਬੱਚੇ ਨੂੰ ਨਹੀਂ ਨਾ ਇਹ ਗੱਲ ਸਮਝਾਈ ਜਾ ਸਕਦੀ। ਇੱਕ ਪ੍ਰਿੰਸੀਪਲ ਕਵੇ ਸਕੂਲ ਦਾ ਕਿ ਮੈਂ ਇਕੱਲੇ ਇਕੱਲੇ ਬੱਚੇ ਦੇ ਖਾਨੇ ਦੇ ਵਿੱਚ ਗੱਲ ਪਾ ਦਿਆਂ, ਤੇ ਜੇ ਤੂੰ ਇਕੱਲੇ ਇਕੱਲੇ ਦੇ ਗੱਲ 'ਚ ਪਾਉਣੀ ਹੈ ਤੇ ਟੀਚਰ ਵਿਚਾਰੇ 4 ਪਾਉਣ ਨੂੰ ਰੱਖੇ ਆਪਾਂ। ਇਸ ਕਰਕੇ ਤੁਸੀਂ ਜਿਹੜਾ ਇੱਕ ਹੀਰਿਆਂ ਦੀ ਰੇਹੜੀ ਨਹੀਂ ਜੇ ਕਦੀ ਲੱਗਦੀ, ਗੁਣਾਂ ਵਾਲੇ ਮਨੁੱਖ ਤੁਹਾਨੂੰ ਥਾਂ ਥਾਂ 'ਤੇ ਨਹੀਂ ਲੱਭਦੇ। ਇੱਥੇ ਕਬੀਰ ਸਾਹਿਬ ਕਹਿੰਦੇ ਜੇ ਤੁਹਾਡੇ ਕੋਲ ਪਰਮਾਤਮਾ ਦੀ ਰੂਹਾਨੀਅਤ ਦਾ ਕੋਈ ਗੁਣ ਹੈ ਨਾ, ਤੇ ਉਹਨੂੰ ਸਾਕਤ ਮਨੁੱਖ ਦੇ ਲਾਗੇ ਬਹਿ ਕੇ ਫੋਲਣ ਨਾ ਲੱਗ ਪਿਆ ਕਰੋ। ਹਾਂ, ਬਾਣੀ 'ਚ 2 ਉਦਾਹਰਨਾਂ ਆਉਂਦੀਆਂ ਨੇ। ਇੱਕ ਉਦਾਹਰਨ ਇਹ ਹੈ ਜੀ, ਜਦ ਤੱਕ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਐ ਕਿਛ ਕਹੀਐ। ਕਹਿੰਦੇ ਜਦੋਂ ਤੱਕ ਦੁਨੀਆ ਜਿਉਂਦੀ ਹੈ ਨਾ, ਕੁਝ ਰੱਬ ਦਾ ਪਿਆਰਾ ਮਿਲਦਾ ਉਹਨੂੰ ਕੁਝ ਕਹਿ ਲਿਆ ਕਰੋ ਤੇ ਕੁਝ ਸੁਣ ਲਿਆ ਕਰੋ। ਜਿਹਨੂੰ ਬਾਣੀ ਕਹਿੰਦੀ ਹੈ ਕਿ ਆਏ ਮਿਲ ਗੁਰਸਿੱਖ, ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਗੁਰੂ ਦਾ ਪਿਆਰਾ ਮਿਲੇ ਉਹਦੇ ਨਾਲ ਬਹਿ ਕੇ ਕੋਈ ਰੱਬ ਦੇ ਘਰ ਦੀ ਗੱਲ ਕਰ ਲਿਆ ਕਰੋ, ਨਿਤਨੇਮ ਦੀ ਨਾਮ ਸਿਮਰਨ ਦੀ ਬੰਦਗੀ ਦੀ ਗੱਲ, ਕੋਈ ਆਪਣਾ ਦੁੱਖ ਸੁੱਖ ਫੋਲ ਲਿਆ ਕਰੋ। ਦੂਜੇ ਪਾਸੇ ਉਹ ਮਨੁੱਖ ਹੈ ਕਿ ਮਿਲੇ ਅਸੰਤ ਮਸਟ ਕਰ ਰਹੀ ਹੈ। ਇਹ ਵੀ ਪੰਕਤੀ ਆਉਂਦੀ ਹੈ। ਮਸਟ ਦਾ ਅਰਥ ਹੈ ਚੁੱਪ। ਕਹਿੰਦੇ ਅਸੰਤ ਜਿਹੜਾ ਮਨੁੱਖ ਸੰਤ ਨਹੀਂ, ਜਿਹਨੂੰ ਪਰਮਾਤਮਾ ਦੇ ਘਰ ਦਾ ਕੋਈ ਗਿਆਨ ਨਹੀਂ, ਇਹੋ ਜਿਹਾ ਮਨੁੱਖ ਮਿਲ ਜੇ ਉਹਦੇ ਲਾਗੋਂ ਚੁੱਪ ਹੀ ਰਹਿਣਾ ਚੰਗਾ। ਉਹਨੂੰ ਦੱਸਣ ਦੀ ਲੋੜ ਹੀ ਕੋਈ ਨਹੀਂ ਕਿ ਮੈਂ ਜਿਹੜਾ ਬੰਦਗੀ ਕਰਦਾ ਜਾਂ ਨਾਮ ਜਪਦਾ ਪਿਆ।
ਉਹਦੇ ਵਿੱਚ ਤੁਹਾਡਾ ਨੁਕਸਾਨ ਉਹਨੇ ਸਮਝਣਾ ਕੋਈ ਨਹੀਂ, ਇਹਨੂੰ ਮੈਂ ਹੋਰ ਸੌਖਾ ਕਰ ਦਿੰਦਾ। ਅੱਜ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਡਿਗਰੀਆਂ ਨੇ ਇਹ ਜਾਂ ਵੱਡੇ ਵੱਡੇ ਰੈਂਕ ਨੇ ਉਹਨਾਂ ਦੀ ਸ਼ਾਰਟ ਫਾਰਮ ਚੱਲਦੀ ਹੈ। IPS ਹੋ ਗਈ, ASI ਹੈ ਨਾ, ਜਿੰਨੇ ਵੀ ਆ ਇਹਨਾਂ ਦੀ ਸ਼ਾਰਟ ਫਾਰਮ ਚੱਲਦੀ ਹੈ। ਇੱਕ ਹਾਈ ਲੈਵਲ ਦੀ ਡਿਗਰੀ ਮੈਨੂੰ ਵੀ ਬਹੁਤਿਆਂ ਦਾ ਪਤਾ ਨਹੀਂ, ਮੈਂ ਵੀ ਦੇਸੀ ਜਿਹਾ ਬੰਦਾ, ਉਹਨੂੰ ਤੁਸੀਂ ਇੱਕ ਅਨਪੜ੍ਹ ਨੂੰ ਜਾ ਕੇ ਕਹਿ ਦਿਓ ਜੀ ਮੈਂ IPS ਹਾਂ, ਉਹਨੂੰ ਸਮਝਾ ਸਕੋਗੇ? ਪੜ੍ਹੇ ਲਿਖੇ ਨੂੰ ਤੁਸੀਂ 2 ਸ਼ਬਦ ਵਰਤੋਗੇ ਕਿ ਮੈਂ IPS ਆਫੀਸਰ ਹਾਂ, ਉਹ ਝੱਟ ਸਮਝ ਜਾਵੇਗਾ ਤੁਹਾਡੀ ਪਾਵਰ ਕਿੰਨੀ ਹੈ। ਅਨਪੜ੍ਹ ਦੇ ਕੋਲ ਸਾਰੀ ਦਿਹਾੜੀ ਲਾ ਕੇ ਕਹਿ ਦੋ, ਉਹਨੇ ਫੇਰ ਕਹਿਣਾ ਅੱਛਾ ਛਪਾਟਾ ਹੈ ਤੂੰ, ਉਹ ਉੱਥੇ ਉਹਦੀ ਸੋਚ ਉਨੀ ਕੁ ਹੀ ਰਹਿਣੀ ਹੈ। ਇਸ ਕਰਕੇ ਜਿਹੜਾ ਰੱਬ ਦਾ ਪਿਆਰਾ ਹੈ ਉਹਦੇ ਕੋਲ ਰੱਬ ਦੇ ਘਰ ਦੀ ਗੱਲ ਕੀਤੀ ਜਾ ਸਕਦੀ ਹੈ। ਕਬੀਰ ਸਾਹਿਬ ਕਹਿੰਦੇ ਜਿਹੜਾ ਟੁੱਟਿਆ ਹੋਇਆ ਹੈ ਰੱਬ ਦੇ ਕੋਲੋਂ ਸਾਖਤ ਮਨੁੱਖ, ਉਹਨੂੰ ਸਮਝਾਉਣਾ ਤੇ ਕੁੱਤੇ ਦੇ ਕੰਨ ਦੇ ਵਿੱਚ ਸਿਮਰਤੀਆਂ ਦਾ ਪਾਠ ਕਰਨਾ ਇੱਕੋ ਹੀ ਬਰਾਬਰ ਹੈ। ਕਹਾ ਸੁਹਾਨ ਕਹੋ ਸਿਮਰਤ ਸੁਣਾਏ, ਜੇ ਕੁੱਤੇ ਨੂੰ ਸਿਮਰਤੀਆਂ ਸੁਣਾ ਦਿੱਤੀਆਂ ਜਾਣ ਕੋਈ ਲਾਭ ਨਹੀਂ। ਕਹਾ ਸਾਕਤ ਪਹਿ ਹਰ ਗੁਣ ਗਾਏ, ਤੇ ਉਸੇ ਤਰੀਕੇ ਦੇ ਨਾਲ ਰੱਬ ਦੇ ਪਿਆਰੇ ਦੇ ਕੋਲ ਜਿਹੜੇ ਨੇ ਇਹ ਟੁੱਟੇ ਹੋਏ ਮਨੁੱਖ ਦੇ ਕੋਲ ਰੱਬ ਦੇ ਗੀਤ ਗਾਉਣ ਦਾ ਵੀ ਕੋਈ ਲਾਭ ਨਹੀਂ ਹੈ। ਕਈ ਵਾਰੀ ਅਸੀਂ ਕਲਪਦੇ ਹਾਂ ਕਿ ਸਾਡੇ ਜਿਹੜੇ ਬੱਚੇ ਨਹੀਂ ਆਉਂਦੇ ਜਾਂ ਲੋਕ ਸਮਝਣ ਦਾ ਯਤਨ ਨਹੀਂ ਕਰਦੇ, ਪਰ ਇੱਕ ਗੱਲ ਯਾਦ ਰੱਖਿਓ, ਪਰਮਾਤਮਾ ਨੇ ਜਿਹਨੂੰ ਜਿੱਥੇ ਫਿੱਟ ਕਰਨਾ ਨਾ ਉਹਨੂੰ ਉੱਥੇ ਫਿੱਟ ਕੀਤਾ ਹੋਇਆ ਹੈ। ਇਹ ਚਲੋ ਆਪਾਂ ਅੱਗੇ ਜਾ ਕੇ ਪੜਾਂਗੇ। ਤੇ ਤੁਸੀਂ ਕੀ ਕਰਨਾ ਹੈ? ਕਬੀਰ ਸਾਹਿਬ ਕਹਿੰਦੇ ਰਾਮ 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 ਰਮੇ ਰਮ ਰਹੀ ਹੈ। ਕਹਿੰਦੇ ਤੁਸੀਂ ਕੇਵਲ ਤੇ ਕੇਵਲ ਆਪ ਪਰਮਾਤਮਾ ਦਾ ਨਾਮ ਜਪਦੇ ਜਾਓ, ਜਪਦੇ ਜਾਓ। ਸਾਕਤ ਸਿਉ ਭੂਲ ਨਹੀਂ ਕਹੀ ਹੈ। ਤੇ ਜਿਹੜਾ ਰੱਬ ਤੋਂ ਟੁੱਟਿਆ ਹੋਇਆ ਸਾਕਤ ਮਨੁੱਖ ਹੈ ਨਾ, ਉਹਨੂੰ ਭੁੱਲ ਕੇ ਵੀ ਸਮਝਾਉਣ ਦਾ ਕੋਈ ਲਾਭ ਨਹੀਂ ਜੇਗਾ। ਇਹਦਾ ਅਰਥ ਹੁਣ ਇਹ ਨਾ ਕਰ ਲਿਓ ਕਿ ਕਿਸੇ ਨੂੰ ਉਪਦੇਸ਼ ਨਹੀਂ ਕਰਨਾ, ਕਿਉਂਕਿ ਕਈ ਵਾਰੀ ਅਸੀਂ ਥੋੜ੍ਹਾ ਜਿਹਾ ਗਲਤ ਸਮਝ ਜਾਂਦੇ ਹਾਂ। ਜੇ ਕੋਈ ਤਾਂ ਕਈ ਵਾਰੀ ਮਨ 'ਚ ਆਉਂਦਾ ਕਿ ਕੋਈ ਮੇਰੀ ਭੈਣ ਹੈ, ਕੋਈ ਮੇਰਾ ਭਰਾ ਹੈ, ਕੋਈ ਮੇਰਾ ਆਪਣਾ ਰਿਸ਼ਤੇਦਾਰ ਹੈ, ਉਹ ਗਲਤ ਰਸਤੇ 'ਤੇ ਕੀ ਉਹਨੂੰ ਫਿਰ ਸਮਝਾਉਣਾ ਨਹੀਂ ਚਾਹੀਦਾ? ਇੱਕ ਵਾਰ ਨਾ ਮੈਨੂੰ ਕਿਸੇ ਸਿੰਘ ਦਾ ਫੋਨ ਆਇਆ, ਉਹਨੇ ਮੈਨੂੰ ਸਵਾਲ ਕੀਤਾ ਸੀ। ਉਹਨੇ ਚਲੋ ਮੇਰੀ ਕੋਈ ਵੀਡੀਓ ਦੇਖੀ, ਉਹਨੇ ਨੰਬਰ ਚੁੱਕ ਕੇ ਉਤੋਂ ਨੈੱਟ ਤੋਂ YouTube ਤੋਂ ਮੈਨੂੰ ਫੋਨ ਕੀਤਾ। ਮੈਨੂੰ ਕਹਿਣ ਲੱਗਾ ਬਾਬਾ ਜੀ ਆ ਜਿਹੜੀ ਤੁਸੀਂ ਗੱਲ ਕਹਿ ਰਹੇ ਜੀ, ਮੈਂ ਚਾਹੁੰਦਾ ਆਪਣੇ ਪਰਿਵਾਰ ਦੇ ਉੱਤੇ ਲਾਗੂ ਕੀਤੀ ਜਾਵੇ, ਉਹਨਾਂ ਨੂੰ ਸਮਝਾਈ ਜਾਵੇ, ਪਰ ਮੈਂ ਜਦੋਂ ਜਾ ਕੇ ਇਹ ਰੱਬ ਦੀ ਗੱਲ ਉਹਨਾਂ ਨੂੰ ਸਮਝਾਉਣ ਦਾ ਯਤਨ ਕਰਦਾ, ਉਹ ਪਰਿਵਾਰ ਵਾਲੇ ਮੇਰੇ ਖਿਲਾਫ ਹੋ ਜਾਂਦੇ ਨੇ, ਉਹ ਉਲਟਾ ਮੇਰੇ ਦਿਵਾਲੇ ਨੇ ਵੀ ਤੂੰ ਕਿਹੜੇ ਪੁੱਠੇ ਰਾਹ ਦੇ ਉੱਤੇ ਚੱਲ ਪਿਆ। ਉਹਨੂੰ ਮੈਂ ਇੱਕ ਉਦਾਹਰਨ ਦਿੱਤੀ, ਆਪ ਨਾਲ ਅੱਜ ਸਾਂਝੀ ਕਰ ਦਿੰਦਾ। ਯਾਦ ਰੱਖਿਓ, ਮੈਂ ਉਹਨੂੰ ਇੱਕੋ ਗੱਲ ਕਹੀ ਸੀ, ਮੈਂ ਕਿਹਾ ਭਲਿਆ ਤੇਰੇ ਪੱਲੇ ਅਜੇ ਕੁਛ ਹੈ ਨਹੀਂ। ਇਹਦਾ ਮਤਲਬ ਇਹ ਨਹੀਂ ਕਿ ਮੇਰੇ ਪੱਲੇ ਬਹੁਤ ਕੁਛ ਹੈ, ਜੋ ਗੁਰਮਤਿ ਦਾ ਨਜ਼ਰੀਆ ਹੈ। ਮੈਂ ਤੇਰੇ ਪੱਲੇ ਅਜੇ ਕੁਛ ਹੈ ਨਹੀਂ, ਤੂੰ ਕੇਵਲ ਤੇ ਕੇਵਲ ਬੰਦਗੀ ਕਰ। ਇੱਕ ਦਿਨ ਸਮਾਂ ਇਹੋ ਜਿਹਾ ਆਵੇਗਾ ਤੈਨੂੰ ਬੋਲਣ ਦੀ ਲੋੜ ਨਹੀਂ ਪਵੇਗੀ, ਤੇਰਾ ਔਰਾ ਇੰਨਾ ਕੁ ਜ਼ਬਰਦਸਤ ਹੋ ਜਾਏਗਾ, ਜਿੱਥੋਂ ਤੂੰ ਲੰਘ ਜਾਏਗਾ ਲੋਕ ਆਪਣੇ ਆਪ ਹੀ ਰੱਬ ਵਾਲੇ ਪਾਸੇ ਤੁਰ ਪੈਣਗੇ। ਉੱਥੇ ਮੈਂ ਉਹਨੂੰ ਇੱਕ ਉਦਾਹਰਨ ਦਿੱਤੀ। ਮੈਂ ਕਿਹਾ ਵੀ ਇੱਕ ਮਨੁੱਖ ਕ੍ਰਾਈਮ ਕਰਦਾ ਹੈ, ਕੋਈ ਗੁਨਾਹ ਕਰਦਾ ਹੈ, ਮੰਨ ਲਓ ਉਹਨੇ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਕਿਤੇ ਕਤਲ ਕਰ ਦਿੱਤਾ, ਸਾਰਾ ਪਿੰਡ ਰਲ ਕੇ ਕਹਿ ਰਿਹਾ ਕਿ ਇਸ ਬੰਦੇ ਨੂੰ ਫੜ ਕੇ ਮਾਰ ਦਿੱਤਾ ਜਾਵੇ। ਪੁਲਿਸ ਉਹਨੂੰ ਮਾਰ ਨਹੀਂ ਜੇ ਸਕਦੀ। ਮਾਰ ਸਕਦੇ ਜੇ ਤੁਸੀਂ? ਇੱਕ ਪਾਸੇ ਸ਼ਰੇਆਮ ਉਹਨੇ ਕਤਲ ਕੀਤਾ, ਪੁਲਿਸ ਕਹਿ ਰਹੀ ਹੈ ਮਾਰ ਦਿਓ। ਧਿਆਨ ਨਾਲ ਸਮਝਿਓ, ਉਹਨੂੰ ਸਾਰਿਆਂ ਦੇ ਕਹਿਣ ਦੇ ਬਾਵਜੂਦ ਵੀ ਪੁਲਿਸ ਨਹੀਂ ਜੇ ਮਾਰ ਸਕਦੀ, ਪਰ ਉਸੇ ਮਨੁੱਖ ਦੇ ਉੱਤੇ ਮੁਕੱਦਮਾ ਚੱਲਦਾ ਹੈ, ਕੋਰਟ ਦੇ ਵਿੱਚ ਜਾਂਦਾ ਹੈ, ਜੱਜ ਦੇ ਸਾਹਮਣੇ ਸਬੂਤ ਰੱਖੇ ਜਾਂਦੇ ਨੇ, ਜੱਜ ਕਹਿ ਦਿੰਦਾ ਇਹਨੂੰ ਫਾਂਸੀ ਦੇ ਦਿਓ। ਜਿਹੜੀ ਤਰੀਕ ਦਿੱਤੀ ਜਾਂਦੀ ਉਸੇ ਦਿਨ ਫਾਂਸੀ ਦੇ ਦਿੱਤੀ ਜਾਂਦੀ ਹੈ। ਕਮਾਲ ਦੀ ਗੱਲ, ਇੱਕ ਪਾਸੇ ਸਾਰਾ ਪਿੰਡ ਕਹਿ ਰਿਹਾ ਸੀ ਉਹ ਵੀ ਬੰਦੇ ਨੇ, ਇੱਕ ਪਾਸੇ ਜੱਜ ਦੀ ਕੁਰਸੀ ਤੇ ਬੈਠਾ ਹੋਇਆ ਉਹ ਵੀ ਬੰਦਾ ਹੈ। ਸਾਰੇ ਪਿੰਡ ਨੇ ਕਿਹਾ ਤਾਂ ਵੀ ਉਹਨੂੰ ਕਿਸੇ ਨੇ ਉਂਗਲ ਨਾ ਚੁੱਕਣ ਦਿੱਤੀ, ਪੁਲਿਸ ਵਾਲਿਆਂ ਨੇ। ਜਿਸ ਵੇਲੇ ਜੱਜ ਨੇ ਕਹਿ ਦਿੱਤਾ, ਉਹਨਾਂ ਹੀ ਪੁਲਿਸ ਵਾਲਿਆਂ ਨੇ ਫੜ ਕੇ ਜੇਲਰ ਨੇ ਫਾਂਸੀ ਦੇ ਕੇ ਤੇ ਫਾਇਲ ਲਾ ਦਿੱਤਾ। ਕਾਰਨ ਕੀ ਸੀ? ਕਾਰਨ ਸੀ ਲਿਆਕਤ ਦਾ, ਕਾਰਨ ਸੀ ਮਗਰ ਮਿਹਨਤ ਦਾ। ਇੱਕ ਸਧਾਰਨ ਮਨੁੱਖ ਉੱਠਿਆ, ਪੜ੍ਹ ਕੇ ਉਹ ਇੰਨਾ ਕੁ ਜ਼ਿਆਦਾ ਪੜ੍ਹ ਲਿਖ ਗਿਆ ਕਿ ਜੱਜ ਦੀ ਕੁਰਸੀ ਤੇ ਬੈਠ ਗਿਆ, ਉਹਦੀ ਕਲਮ ਦੇ ਵਿੱਚ ਇੰਨੀ ਕੁ ਤਾਕਤ ਆ ਗਈ, ਉਹ ਕਿਸੇ ਨੂੰ ਬਰੀ ਕਰ ਸਕਦਾ ਹੈ, ਕਿਸੇ ਨੂੰ ਮੌਤ ਦੇ ਸਕਦਾ ਹੈ। ਸਧਾਰਨ ਮਨੁੱਖ ਦੇ ਕੋਲ ਕੋਈ ਨਹੀਂ ਹੈ। ਤੁਸੀਂ ਸਧਾਰਨ ਰਸਨਾ ਦੇ ਨਾਲ ਕਿਸੇ ਨੂੰ ਸਮਝਾਓਗੇ, ਕੋਈ ਅਸਰ ਨਹੀਂ ਹੋਣਾ। ਨਾਮ ਜਪੋ, ਇੰਨਾ ਕੁ ਨਾਮ ਜਪੋ ਤੁਹਾਡੀ ਰਸਨਾ ਦੇ ਉੱਤੇ ਗੁਰੂ ਵਸੇ, ਜੋ ਵਜਨ ਤੁਹਾਡੀ ਰਸਨਾ ਤੋਂ ਨਿਕਲੇਗਾ ਉਹ ਸੱਤ ਹੋ ਕੇ ਜਿਹੜਾ ਪ੍ਰਵਾਨ ਹੋ ਜਾਏਗਾ। ਤੁਹਾਨੂੰ ਕਹਿਣ ਦੀ ਲੋੜ ਨਹੀਂ, ਲੋਕ ਆਪਣੇ ਆਪ ਹੀ ਸੁਧਰਨੇ ਸ਼ੁਰੂ ਹੋ ਜਾਣਗੇ। ਇਹ ਤਾਕਤ ਹੈ, ਹਰੇਕ ਮਨੁੱਖ ਦੀ ਤਾਕਤ ਹੈ। ਜੇ ਇੱਕ ਜੱਜ ਦੀ ਕਲਮ ਦੇ ਵਿੱਚ ਤਾਕਤ ਆ ਸਕਦੀ ਹੈ, ਕਲਮ 'ਚ ਹੀ ਤਾਕਤ ਹੈ ਨਾ ਉਹਨੂੰ ਬੋਲਣ ਦੀ ਲੋੜ ਨਹੀਂ। ਉਹਨੂੰ 2 ਘੰਟੇ, ਜੱਜ ਕਦੀ 2 ਘੰਟੇ ਰੌਲਾ ਨਹੀਂ ਪਾਉਂਦਾ। ਜੇ ਕਿਤੇ ਕੋਰਟ ਦੇ ਵਿੱਚ ਤੁਸੀਂ ਵੇਖੋ ਨਾ ਜਾ ਕੇ ਮਸਲਾ, ਵਕੀਲ ਬਹਿਸਦੇ ਨੇ, ਜੱਜ ਨਹੀਂ ਕਦੀ ਵੀ ਬਹਿਸਦਾ। ਜੱਜ ਆਰਾਮ ਦੇ ਨਾਲ ਸੁਣਦਾ ਏ, ਉਹਨੇ ਮਿਹਨਤ ਕੀਤੀ ਹੈ, ਸੁਣ ਕੇ ਫੈਸਲਾ ਦਿੰਦਾ। 2 ਗੱਲਾਂ ਕਹਿੰਦਾ, ਇਹਨੂੰ ਛੱਡ ਦਿਓ ਜਾਂ ਇਹਨੂੰ ਮੌਤ ਦੇ ਘਾਟ ਉਤਾਰ ਦਿਓ, ਉਹਦੀ ਗੱਲ ਮੰਨ ਲਈ ਜਾਂਦੀ ਹੈ।
ਉਹਦਾ ਕਾਰਨ ਉਹਦੇ ਕੋਲ ਪਾਵਰ ਹੈ। ਜੇ ਰੱਬ ਦਾ ਪਿਆਰਾ ਪਾਵਰ ਦੇ ਨਾਲ ਇਹ ਗੱਲ ਕਰਦਾ ਏ ਕਿ ਤੂੰ ਭਲਿਆ ਰੱਬ ਰੱਬ ਕਰਿਆ ਕਰ, ਗੁਰੂ ਗੁਰੂ ਜਪਿਆ ਕਰ, ਉਹਦਾ ਜੀਵਨ ਤਬਦੀਲ ਹੋ ਜਾਂਦਾ ਏ। ਤੇ ਜੇ ਅਸੀਂ ਸਮਝਾਉਣ ਦਾ ਯਤਨ ਕਰਦੇ, ਅਸੀਂ ਮੱਥੇ ਦੀਆਂ ਠੀਕਰੀਆਂ ਭੰਨ ਤੱਕ ਲੈਂਦੇ ਹਾਂ, ਕਿਸੇ 'ਤੇ ਅਸਰ ਕੋਈ ਨਹੀਂ ਹੁੰਦਾ। ਇਸ ਕਰਕੇ ਕਬੀਰ ਸਾਹਿਬ ਨੇ ਬੜਾ ਸੋਹਣਾ ਨਿਕਤਾ ਦਿੱਤਾ, ਕਹਿੰਦੇ ਕਿ ਤੁਸੀਂ ਕਿਸੇ ਨੂੰ ਸਮਝਾਉਣ ਵਾਲੇ ਪਾਸੇ ਨਾ ਤੁਰੋ ਜੇ, ਤੁਸੀਂ ਖੁਦ ਨਾਮ ਜਪੋ। ਰਾਮ 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 ਰਮੇ ਰਮ ਰਹੀਏ, ਆਪ ਤੂੰ ਨਾਮ ਜਪਦਾ ਜਾ। ਆਪਣੇ ਕੋਲ ਇੰਨਾ ਕੁ ਜ਼ਿਆਦਾ ਤੂੰ ਨਾਮ ਦਾ ਖਜ਼ਾਨਾ ਇਕੱਠਾ ਕਰ ਲਾ ਨਾ, ਤੇਰੀ ਰਸਨਾ ਦੇ ਉੱਤੇ ਗੁਰੂ ਵਸੇ। ਜਿਸ ਦਿਨ ਗੁਰੂ ਵਸ ਗਿਆ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਇੱਕ ਹੋਰ ਉਦਾਹਰਨ ਦੇ ਕੇ ਮੈਂ ਅੱਗੇ ਵਿਚਾਰ ਨੂੰ ਚੱਲਦਾ। ਅੱਜ ਜਦੋਂ ਨੋਟਬੰਦੀ ਹੋਈ, ਅੱਜ ਤੋਂ 5-6 ਸਾਲ ਪਹਿਲਾਂ, ਬਹੁਤ ਸਾਰੇ ਬੈਂਕ ਜਿਹੜੇ ਛੋਟੇ ਛੋਟੇ ਸਨ ਉਹ ਹੱਥ ਖੜੇ ਕਰ ਜਾਂਦੇ ਸਨ, ਕਹਿੰਦੇ ਸਾਡੇ ਕੋਲ ਕਰੰਸੀ ਹੈ ਨਹੀਂ, ਚੇਂਜ ਕਰਕੇ ਤੁਹਾਨੂੰ ਨਵੇਂ ਨੋਟ ਕਿੱਥੋਂ ਦਈਏ। ਪੁੱਛਿਆ ਜਾਵੇ ਕਿ ਭਲਿਆ ਤੁਸੀਂ ਬੈਂਕ ਦੇ ਵਿੱਚੋਂ ਇਹ ਗੱਲ ਕਹਿ ਰਹੇ ਜੇ, ਬੈਂਕ ਤੋਂ ਵਿੱਚੋਂ ਤਾਂ ਕਰੰਸੀ ਆਉਣੀ ਹੁੰਦੀ ਹੈ, ਬੈਂਕਾਂ ਦੇ ਰਾਹੀਂ ਸਾਨੂੰ ਨੋਟ ਮਿਲਣਾ ਨਾ, ਹੋਰ ਤੇ ਕੋਈ ਡਾਇਰੈਕਟ ਦੇ ਨਹੀਂ ਸਕਦਾ। ਬੈਂਕ ਅੱਗੋਂ ਜਵਾਬ ਦਿੰਦਾ ਏ, ਪਿੱਛੋਂ ਪੈਸਾ ਨਹੀਂ ਆਇਆ, ਅਸੀਂ ਕਿੱਥੋਂ ਦੇਵਾਂਗੇ। ਯਾਦ ਰੱਖਿਓ, ਬੈਂਕ ਦੇ ਵਿੱਚ ਪੈਸਾ ਨਾ ਹੋਵੇ, ਬਾਹਰ ਲੱਗਾ ਹੋਇਆ ਬੋਰਡ ਵੀ ਤੁਹਾਡਾ ਫਾਇਦਾ ਨਹੀਂ ਜੇ ਕਰ ਸਕਦਾ। ਜੇ ਅੰਦਰ ਬੰਦਗੀ ਨਾ ਹੋਈ ਤੇ ਬਾਹਰ ਦੇ ਧਰਮ ਦਾ ਪਹਿਰਾਵਾ ਵੀ ਕੁਛ ਨਹੀਂ ਜੇ ਕਰ ਸਕਦਾ। ਬੈਂਕ ਦੇ ਕੋਲ ਨੋਟ ਸਨ, ਉਹਨਾਂ ਸਮਿਆਂ ਦੇ ਵਿੱਚ ਉਹਨਾਂ ਨੇ ਲੋਕਾਂ ਦੇ ਵਿੱਚ ਵੰਡ ਦਿੱਤੇ। ਜਿਸ ਦਿਨ ਤੇਰੇ ਕੋਲ ਬੰਦਗੀ ਹੋਈ, ਬੰਦਗੀ ਦੇ ਨਾਲ ਤੂੰ ਕਿਸੇ ਵੀ ਮਨੁੱਖ ਦੇ ਉੱਤੇ ਜੇ ਮਿਹਰ ਭਰੀ ਨਿਗਾਹ ਵੀ ਮਨੁੱਖ ਪਾਉਂਦਾ ਹੈ ਨਾ ਬੰਦਗੀ ਵਾਲਾ, ਉਹਦਾ ਵੀ ਜੀਵਨ ਦਾ ਪਾਰ ਉਤਾਰਾ ਹੋ ਜਾਂਦਾ ਜੀ। ਬਸ ਇੱਥੇ ਕਬੀਰ ਸਾਹਿਬ ਦਾ ਅੱਜ ਦਾ ਨੁਕਤਾ ਜ਼ਰੂਰ ਸਮਝੀ। ਉਹ ਕਹਿੰਦੇ ਪਹਿਲਾਂ ਆਪਣੇ ਆਪ ਨੂੰ ਭਰ ਲਾ, ਪਰ ਸਾਡੇ ਹਾਲ ਕੀ ਨੇ, ਅਸੀਂ ਲੋਕਾਂ ਨੂੰ ਸੁਧਾਰਨ ਦਾ ਯਤਨ ਕਰਦੇ ਹਾਂ। ਮੈਂ ਬਹਿ ਕੇ ਆਖਾਂਗਾ ਤੁਸੀਂ ਅੰਮ੍ਰਿਤ ਵੇਲੇ ਉੱਠੋ, ਆਪ ਨਹੀਂ ਉੱਠਾਂਗਾ। ਪਰ ਬਾਣੀ ਕੀ ਕਹਿੰਦੀ ਹੈ? ਬਾਣੀ ਕਹਿੰਦੀ ਆਪ ਸਵਾਰੈ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ ਫਰੀਦਾ, ਜੇ ਤੂੰ ਮੇਰਾ ਹੋਏ ਰਹਿ ਸਭ ਜਗ ਤੇਰਾ ਹੋਏ। ਕਹਿੰਦੇ ਤੂੰ ਆਪਣੇ ਆਪ ਨੂੰ ਸੁਧਾਰ ਲਾ, ਜਿਸ ਦਿਨ ਤੂੰ ਸੁਧਰ ਗਿਆ ਦੁਨੀਆ ਨੇ ਆਪਣੇ ਆਪ ਹੀ ਸੁਧਰ ਜਾਣਾ। ਅੱਜ ਸਾਡਾ ਸਾਰਿਆਂ ਤੋਂ ਜ਼ੋਰ ਲੱਗਾ ਹੋਇਆ ਜੀ, ਦੁਨੀਆ ਡੁੱਬ ਗਈ, ਲੋਕ ਡੁੱਬ ਗਏ। ਮੈਂ ਇਹੋ ਜਿਹੇ ਲੋਕ ਸੁਣੇ ਹੋਏ ਨੇ, ਕਹਿੰਦੇ ਜੀ ਸਾਡੀ ਕੌਮ ਬਾਣੀ ਨਹੀਂ ਪੜ੍ਹਦੀ, ਨਿਤਨੇਮ ਨਹੀਂ ਕਰਦੀ, ਸੇਵਾ ਨਹੀਂ ਕਰਦੀ, ਸਿਮਰਨ ਨਹੀਂ, ਪਤਤ ਪੁਣੇ ਵਾਲੇ ਪਾਸੇ ਹੋ ਗਏ। ਤੇ ਜੇ ਉਹਨੂੰ ਖਿਲਾਰ ਕੇ ਪੁੱਛ ਲਓ ਨਾ ਕਿ ਭਲਿਆ ਤੂੰ ਬਹਿ ਕੇ ਘੜੀ ਅੱਜ ਗੁਰੂ ਗੁਰੂ ਜਪਿਆ ਸੀ, ਕਹਿੰਦਾ ਨਹੀਂ ਮੇਰੀ ਜਾਗ ਹੀ ਨਹੀਂ ਖੁੱਲੀ। ਇਹੋ ਜਿਹੇ ਬੰਦੇ ਦਾ ਤੁਸੀਂ ਕੀ ਕਰੋਗੇ? ਗੱਲਾਂ ਦੇ ਨਾਲ ਕੜਾਹ ਬਣਾਉਣ ਵਾਲੇ ਬੜੇ ਨੇ। ਮੈਂ ਪਹਿਲਾਂ ਵੀ ਜਿਵੇਂ ਆਰੰਭ 'ਚ ਕਹਿ ਦਿੱਤਾ ਨਾ, ਬਾਤ ਨਹੀਂ ਅਸਮਾਨ ਗਿਰਾਵੇ। ਕਬੀਰ ਸਾਹਿਬ ਕਹਿੰਦੇ ਤੂੰ ਧਰਮ ਦੀ ਦੁਨੀਆ ਦੇ ਵਿੱਚ, ਇੱਕ ਧਰਮ ਕਹਿੰਦਾ ਜੀ ਤੂੰ ਗੱਲਾਂ ਨਾ ਕਰ। ਇਹ ਜਿਹੜੀ ਗੱਲ ਹੈ ਨਾ ਅਸਲੀ ਧਰਮ ਕਹਿੰਦਾ ਕਾਏ ਰੇ ਬਕਬਾਦ ਲਗਾਇਓ। ਬਕਬਾਦ ਦਾ ਅਰਥ ਹੈ ਬਕਵਾਸ। ਕਹਿੰਦੇ ਤੂੰ ਕੀ ਬਕਵਾਸ ਕਰੀ ਜਾਂਦਾ ਹੈ? ਸਿੱਧਾ ਜਿਹਾ ਬਚਨ ਹੈ, ਕਿਉਂ? ਜਿਨ ਹਰ ਪਾਇਓ ਤਿੰਨੇ ਛੁਪਾਇਓ। ਕਹਿੰਦੇ ਜਿਹਨੇ ਪ੍ਰਮਾਤਮਾ ਨੂੰ ਪ੍ਰਾਪਤ ਕੀਤਾ ਉਹ ਅੰਦਰ ਟਿਕਾ ਕੇ ਰੱਖਦਾ ਹੈ। ਜੇ ਤੇਰੇ ਕੋਲ ਕਿਨਕਾ ਤੇ ਉਹਨੂੰ ਅੰਦਰ ਲੁਕਾ ਕੇ ਰੱਖ, ਲੋਕਾਂ ਦੇ ਸਾਹਮਣੇ ਰੱਖਣ ਦਾ ਫਾਇਦਾ ਕੋਈ ਨਹੀਂ। ਲੋਕ ਦੱਸਦੇ ਨਹੀਂ, ਪਰ ਅੱਜ ਦਾ ਦੁਖਾਂਤ ਹੈ। ਮੈਂ ਨਾ ਕਈ ਵਾਰੀ, ਚਲੋ ਆਪਾਂ ਇਹ ਜਿਹੜੇ ਏਰੀਏ 'ਚ ਰਹਿਣਾ ਸਾਰੇ ਸਰਕਾਰੀ ਨੌਕਰੀਆਂ ਵਾਲੇ ਨੇ, ਤੇ ਕਈਆਂ ਨੂੰ ਇੱਥੇ ਬੰਦਿਆਂ ਨੂੰ ਨਾ ਸਾਡੀ ਤਨਖਾਹ ਬੜੀ ਰੜਕਦੀ ਹੈ ਜੀ। ਕਿਉਂ ਕੋਚ ਸਾਹਿਬ? ਕਈਆਂ ਨੂੰ ਸਾਡੀਆਂ ਤਨਖਾਹਾਂ ਬੜੀਆਂ ਰੜਕਦੀਆਂ ਨੇ, ਵੀ ਬਾਬਿਆਂ ਨੂੰ ਇੰਨੇ ਸੇਵਾਦਾਰਾਂ ਦੀਆਂ ਇੰਨੀਆਂ ਤਨਖਾਹਾਂ ਨੇ। ਮੈਂ ਬੜੀ ਵਾਰੀ ਪੁੱਛਣ ਦਾ ਯਤਨ ਕੀਤਾ ਕਿ ਭਾਜੀ ਤੁਹਾਡੀ ਤਨਖਾਹ ਕਿੰਨੀ ਹੈ, ਤੁਹਾਡੀ ਪੈਨਸ਼ਨ ਕਿੰਨੀ ਹੈ? ਉਹ ਦੱਸਦਾ ਕੋਈ? ਅੱਗੋਂ ਪਤਾ ਕੀ ਜਵਾਬ ਮਿਲਦਾ ਹੁੰਦਾ? ਇਹ ਤਾਂ ਅਸਰੇ ਕੋਲ ਹੀ ਹੁੰਦੇ ਆ। ਉਹ ਅੱਗੋਂ ਅਗਲੇ ਜਵਾਬ ਦੇ, ਨਹੀਂ ਜੀ ਮਹਾਰਾਜ ਦੀ ਕਿਰਪਾ ਹੈ, ਗੁਜ਼ਾਰੇ ਜੋਗੀ ਹੈ। ਤੁਹਾਡੀ ਗੁਜ਼ਾਰੇ ਜੋਗੀ ਹੈ, ਸਾਡੀ ਰੜਕਦੀ ਹੈ। ਚਲੋ ਮੈਂ ਤਨਖਾਹ ਦੀ ਗੱਲ ਨਹੀਂ ਕਰਨੀ ਚਾਹੁੰਦਾ, ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ, ਤੁਸੀਂ ਚੰਦ ਪੈਸੇ ਤੁਹਾਨੂੰ ਮਿਲਦੇ ਨੇ 50, 60, 70 ਹਜ਼ਾਰ, ਇੰਨੇ ਕੁ ਅਸੀਂ ਗੈਸ ਕਰ ਹੀ ਸਕਦੇ ਨਾ, ਇੰਨੇ ਵੀ ਲੱਲੂ ਨਹੀਂ ਹੈਗੇ ਵੀ ਸਾਨੂੰ ਪਤਾ ਨਾ ਹੋਵੇ ਕਿਹੜੀ ਪੋਸਟ ਦੀ ਕਿੰਨੀ ਤਨਖਾਹ ਹੈ। ਤੁਹਾਡੀ 70, 80 ਹਜ਼ਾਰ ਰੁਪਈਆ ਤਨਖਾਹ ਹੈ, ਤੁਸੀਂ ਉਹ ਨਹੀਂ ਦੱਸਦੇ, ਤੇ ਬਾਣੀ ਪੜ੍ਹੀ ਅੰਮ੍ਰਿਤ ਵੇਲੇ ਉਹ ਕਾਹਤੋਂ ਦੱਸਦੇ ਫਿਰਦੇ ਜੇ? ਇਸ ਗੱਲ ਨੂੰ ਸੋਚੋ ਥੋੜ੍ਹਾ ਜਿਹਾ। ਤਨਖਾਹ ਤਾਂ ਨਹੀਂ ਦੱਸਦੇ ਵੀ ਇਹਦੀ ਨਜ਼ਰ ਲੱਗ ਜਾਏਗੀ, ਤੇ ਬਾਣੀ ਨੂੰ ਕਾਹਤੋਂ ਦੱਸਦੇ ਫਿਰਦੇ ਜੀ ਮੈਂ ਇੰਨੀ ਪੜ੍ਹੀ ਹੈ? ਜੇ ਤੂੰ ਤਨਖਾਹ ਨਹੀਂ ਨਾ ਦੱਸਦਾ ਤੇ ਯਾਦ ਰੱਖੀ ਗੁਰੂ ਦੀ ਗੱਲ ਵੀ ਕਿਸੇ ਨੂੰ ਨਾ ਦੱਸਿਆ ਕਰ। ਬਾਣੀ ਕਹਿੰਦੀ ਹੈ ਕਾਹਦੇ ਵਾਸਤੇ ਬਕਵਾਸ ਕਰਦਾ ਫਿਰਦਾ? ਦਿਨ ਹਰ ਪਾਇਓ ਤਿੰਨੇ ਛਪਾਇਓ, ਲੁਕਾ ਕੇ ਰੱਖਿਆ ਕਰ ਹਿਰਦੇ ਦੇ ਵਿੱਚ। ਜਪਜੀ ਸਾਹਿਬ ਦੱਸ, ਆਪਣੇ ਗੁਰੂ ਨਾਨਕ ਨੂੰ ਦੱਸ, ਅੱਜ ਮੈਂ ਜਪਜੀ ਸਾਹਿਬ ਕੀਤਾ, ਲੋਕਾਂ ਨੂੰ ਦੱਸਣ ਦੀ ਲੋੜ ਨਹੀਂ। ਤੇਰੀ ਬੈਂਕ ਦੇ ਵਿੱਚ ਤਨਖਾਹ, ਬੈਂਕ 'ਚ ਪੈਨਸ਼ਨ ਆਉਂਦੀ ਹੈ, ਐਂਟਰੀ ਕਾਪੀ ਦੇ ਉੱਤੇ ਪੈਂਦੀ ਹੈ, ਰਸਨਾ ਤੇ ਬਾਣੀ ਪੜ੍ਹੇ, ਐਂਟਰੀ ਤੇਰੇ ਹਿਰਦੇ ਦੇ ਵਿੱਚ ਪੈ ਜਾਵੇ, ਕਿਸੇ ਨੂੰ ਪਤਾ ਨਾ ਲੱਗੇ। ਅੱਜ ਕੱਲ੍ਹ ਤੇ ਆਨਲਾਈਨ ਸਿਸਟਮ ਹੈ ਨਾ, ਸਾਡਾ ਗੂਗਲ ਸਿਸਟਮ ਹੈ, ਗੂਗਲ ਪੇ ਆ ਗਿਆ, ਫੋਨ ਪੇ, ਉਹ ਡਿਟੇਲ ਕਿਸੇ ਕੋਲ ਜਾਂਦੀ ਕੋਈ ਨਹੀਂ। ਨਾ ਵੀ ਤੁਸੀਂ ਕਾਪੀ ਤੇ ਐਂਟਰੀ ਪਾਓ, ਸਾਰਾ ਕੁਝ ਫੋਨ ਦੇ ਵਿੱਚ ਹੈ। ਤੇ ਤੇਰੇ ਹਿਰਦੇ 'ਚ ਬਾਣੀ ਕਿਉਂ ਨਹੀਂ ਰਹਿ ਸਕਦੀ? ਜੇ ਤੇਰੀ ਧਨ ਦੌਲਤ, ਤੇਰੀ ਪ੍ਰੋਪਰਟੀ ਜਿਹੜੀ ਹੈ ਉਹ ਲੁਕਾ ਕੇ ਰੱਖੀ ਜਾ ਸਕਦੀ ਹੈ, ਫਿਰ ਬਾਣੀ ਨੂੰ ਹਿਰਦੇ 'ਚ ਕਿਉਂ ਨਹੀਂ ਸਾਂਭ ਕੇ ਰੱਖਿਆ ਜਾ ਸਕਦਾ? ਯਾਦ ਰੱਖਿਓ, ਜਿਹੜਾ ਬੀਜ ਬਾਹਰ ਰਹਿ ਜਾਵੇ ਨਾ, ਉਹਨੂੰ ਪੰਛੀ ਚੁੱਕ ਕੇ ਲੈ ਜਾਂਦੇ ਨੇ। ਬੀਜ ਉਹੀਓ ਉਗਦਾ ਹੈ ਜਿਹੜਾ ਜ਼ਮੀਨ ਦੇ ਅੰਦਰ ਹੋਵੇ। ਨਾਮ ਜਪੇ ਦਾ ਉਹੀਓ ਲਾਭ ਹੈ ਜਿਹੜਾ ਉਹਦੇ ਉੱਤੇ ਪ੍ਰਮਾਤਮਾ ਦੀ ਮਿਹਰ ਹੋ ਜਾਵੇ। ਜੇ ਬਾਹਰ ਲੋਕਾਂ ਨੂੰ ਵਿਖਾਉਂਦੇ ਰਹੇ, ਉਹਦਾ ਕੋਈ ਫਾਇਦਾ ਨਹੀਂ। ਮੈਂ ਨੇੜੇ ਗੱਲ ਨੂੰ ਰੱਖਾਂ, ਕਬੀਰ ਸਾਹਿਬ ਕਹਿਣ ਲੱਗੇ ਤੂੰ ਕੰਮ ਇੱਕੋ ਕਰਿਆ ਕਰ, ਰਾਮ 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 ਰਮੇ ਰਮ ਰਹੀ ਹੈ।
ਕਹਿੰਦੇ ਤੂੰ ਆਪਣੀ ਰਸਨਾ ਤੋਂ ਜਦੋਂ ਵੀ ਚਿੱਤ ਲੱਗੇ ਨਾ ਤੇਰਾ, ਜਦੋਂ ਵੀ ਜੀ ਕਰੇ, ਮੂਡ ਬਣੇ ਤੇਰਾ, ਉਦੋਂ ਗੁਰੂ 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 ਪਿਆਰ ਦੇ ਨਾਲ ਜਪਦਾ ਰਿਹਾ ਕਰ। ਸਾਕਤ ਸਿਉ ਭੂਲ ਨਹੀਂ ਕਹੀਏ। ਰੱਬ ਤੋਂ ਟੁੱਟੇ ਹੋਏ ਨੂੰ ਕਹਿਣ ਦੀ ਲੋੜ ਨਹੀਂ ਤੈਨੂੰ। ਜਿਹੜਾ ਗੁਰੂ ਘਰ ਆ ਗਿਆ ਉਹਨੂੰ ਤੇ ਤੂੰ ਪੁੱਛ ਲੈ, ਉਹ ਜਿਹੜਾ ਗੁਰੂ ਘਰ ਆ ਗਿਆ ਉਹਦਾ ਤੇ ਪਤਾ ਲੱਗ ਗਿਆ ਨਾ ਵੀ ਇਹ ਬੰਦਾ ਬੰਦਗੀ ਵਾਲਾ ਹੈ। ਆਪਾਂ 4 ਜਣੇ ਬੈਠੇ, ਤੁਸੀਂ ਆਪਸ ਵਿੱਚ ਗੱਲ ਕਰ ਸਕਦੇ ਜੇ ਕਿ ਭਾਈ ਮੈਂ ਇੰਨਾ ਨਿਤਨੇਮ ਕਰਦਾ, ਤੁਸੀਂ ਕਿੰਨਾ ਕਰਦੇ ਜੇ। ਸੰਗਤ ਦਾ ਆਪਸ ਵਿੱਚ ਪਿਆਰ ਹੈ। ਪਰ ਜਿਹੜਾ ਬੰਦਾ ਮਿਲਿਆ ਤੁਹਾਨੂੰ ਬਾਹਰ ਕਲੱਬ ਦੇ ਵਿੱਚ, ਉਹਨੂੰ ਤੁਸੀਂ ਕਹੋਗੇ ਵੀ ਜਪਜੀ ਸਾਹਿਬ ਕੀਤਾ ਕਿ ਨਹੀਂ ਕੀਤਾ? ਇਹੋ ਜਿਹੇ ਬੰਦੇ ਦੇ ਕੋਲ ਕਹਿਣ ਦਾ ਕੋਈ ਫਾਇਦਾ ਨਹੀਂ ਹੈਗਾ। ਸਾਕਤ ਸਿਉ ਭੂਲ ਨਹੀਂ ਕਹੀਏ ਰਹਾਓ। ਅੱਗੇ ਉਦਾਹਰਨ ਦਿੰਦੇ ਨੇ, ਕਊਆ ਕਹਾ ਕਪੂਰ ਚਰਾਏ। ਕਹਿੰਦੇ ਕਾਂ ਨੂੰ ਤੁਸੀਂ ਮੁਸ਼ਕਪੂਰ ਦੀ ਟਿੱਕੀ ਖਵਾ ਦਿਓ ਕਿ ਉਹਦੇ ਕੋਲ ਸੁਗੰਧੀ ਆਵੇਗੀ। ਕਊਏ ਦੀ ਇੱਕ ਆਦਤ ਹੈ ਜੀ, ਉਹਦੇ ਅੱਗੇ ਜੋ ਮਰਜ਼ੀ ਰੱਖ ਦੇ ਉਹਨੇ ਚੁੰਝ ਮਾਰ ਹੀ ਜਾਣੀ ਹੈ। ਸਬਜ਼ੀ ਭਾਜੀ ਪਈ ਉਹਦੇ 'ਚ ਵੀ ਚੁੰਝ ਮਾਰੇਗਾ, ਖੀਰ ਪਈ ਹੈ ਉਹਦੇ 'ਚ ਵੀ ਚੁੰਝ ਮਾਰੇਗਾ। ਜੇ ਕੱਖ ਨਾ ਮਿਲਿਆ ਖੇਤਾਂ ਦੇ ਵਿੱਚ ਜਾ ਕੇ ਵਿਸਟਾ ਦੇ ਵਿੱਚ ਵੀ ਚੁੰਝ ਮਾਰ ਦੇਵੇਗਾ। ਇਹ ਕਊਏ ਦੀ ਬਿਰਤੀ ਹੈ। ਸਾਖਤ ਮਨੁੱਖ ਵੀ ਇੱਥੇ ਵੀ ਆ ਕੇ ਉਹੋ ਜਿਹੀਆਂ ਗੱਲਾਂ ਕਰਦਾ ਤੇ ਬਾਹਰ ਵੀ ਉਹੋ ਜਿਹੀਆਂ ਗੱਲਾਂ ਕਰਦਾ। ਵੇਖੋ ਕਬੀਰ ਸਾਹਿਬ ਨੇ ਸਾਖਤ ਦੀ ਕਿਹੋ ਜਿਹੀ ਡੈਫੀਨੇਸ਼ਨ ਦਿੱਤੀ ਹੋਈ ਹੈ ਜੀ, ਕੀ ਪਰਿਭਾਸ਼ਾ ਬਣਾਈ ਹੈ। ਕਹਿੰਦੇ ਜਿਵੇਂ ਕਊਏ ਨੂੰ ਕਪੂਰ ਖਵਾ ਦਿਓ ਨਾ, ਉਹਦੇ ਜ਼ੁਬਾਨ ਦੇ ਵਿੱਚੋਂ ਚੁੰਝ ਦੇ ਵਿੱਚੋਂ ਸੁਗੰਧੀ ਨਹੀਂ ਆਉਣੀ, ਉਹਨੇ ਵਿਸਟਾ 'ਚ ਚੁੰਝ ਮਾਰਨੀ ਨਹੀਂ ਹਟਣੀ। ਸਾਖਤ ਨੂੰ ਜਿੰਨਾ ਮਰਜ਼ੀ ਸਮਝਾ ਦਿਓ, ਐਨਰਜੀ ਵੇਸਟ ਹੈ ਤੁਹਾਡੀ, ਉਹਨੇ ਵੀ ਕਿਸੇ ਆਖੇ ਨਹੀਂ ਲੱਗਣਾ। ਕਹਾ ਬਿਸੀਅਰ ਕਹੋ ਦੁੱਧ ਪੀ ਆਏ। ਬਿਸੀਅਰ ਕਹਿੰਦੇ ਨੇ ਸੱਪ ਨੂੰ, ਕਹਿੰਦੇ ਸੱਪ ਨੂੰ ਦੁੱਧ ਪਿਆਈ ਜਾਓ। ਸੱਪ ਨੂੰ ਦੁੱਧ ਪਿਆਉਣ ਦੇ ਨਾਲ ਸੱਪ ਡੰਗ ਮਾਰਨ ਤੋਂ ਹਟ ਜਾਏਗਾ ਜੀ? ਉਹ ਨਹੀਂ ਹਟ ਸਕਦਾ। ਪਰ ਸਾਡੀ ਕੌਮ ਇਹ ਇੰਨੀ ਕੁ ਜ਼ਿਆਦਾ, ਜਿਹਨੂੰ ਗੁਰੂ ਸਾਹਿਬ ਨੇ ਇਹਨਾਂ ਚੀਜ਼ਾਂ ਤੋਂ ਬਚਾਇਆ ਸੀ, ਉਸੇ ਚੀਜ਼ਾਂ ਨੂੰ ਹੀ ਅਸੀਂ ਜਿਹੜਾ ਉਹ ਉੱਥੇ ਹੀ ਲਿਆ ਕੇ ਖੜਾ ਕਰ ਦਿੱਤਾ। ਅਸੀਂ ਗੁਰੂ ਨਾਨਕ ਸਾਹਿਬ 'ਤੇ ਸੱਪ ਖਿਲਾਰ ਦਿੱਤੇ। ਮੈਂ ਅੱਜ ਸੋਚ ਹੀ ਰਿਹਾ ਸਾਂ, ਇੱਕ ਸਾਡੇ ਕੋਲ ਗੁਰਦੁਆਰਾ ਇੱਥੇ ਜਿੱਥੇ ਸੱਪਾਂ ਦਾ ਉਹ ਨਾਲੇ ਤੇ ਮਹਾਰਾਜ ਦਾ ਸਰੂਪ ਹੈ ਤੇ ਨਾਲੇ ਸੱਪਾਂ ਦੀ ਭਸਮ ਵੀ ਮਿਲਦੀ ਹੈ। ਨਾਗੀ ਆਣਾ ਆਪ ਨੂੰ ਪਤਾ ਲੱਗ ਗਿਆ ਹੋਵੇਗਾ। ਇਹ ਗੁਰਮਤ ਦੇ ਕਿੱਥੇ ਸਿਧਾਂਤ ਜਾਂਦੇ ਨੇ, ਉੱਥੇ ਬਾਰੇ ਮੈਂ ਇੱਕ ਗਿਆ ਸੀ ਇੱਕ ਵਾਰੀ, ਚਲੋ ਜਾਣ ਦਾ ਮੌਕਾ ਮਿਲਿਆ। ਉਹ ਕਹਿੰਦੇ ਜੀ ਜਿਹੜੇ ਸੱਪ ਨੇ ਗੁਰੂ ਨਾਨਕ ਸਾਹਿਬ 'ਤੇ ਛਾਂ ਕੀਤੀ ਸੀ ਨਾ ਤਲਵੰਡੀ, ਉਹ ਇੱਥੇ ਚੱਲ ਕੇ ਆਇਆ ਸੀ। ਭਲਿਆ ਉਹ ਫੱਟਾ ਚੁੱਕੀ ਫਿਰਦਾ ਸੀ, ਮੈਂ ਉਹੀ ਸੱਪ ਹਾਂ। ਸੱਪ ਆਪਣਾ ਸੁਭਾਅ ਨਹੀਂ ਜੇ ਛੱਡਦਾ। ਚਲੋ ਮੈਂ ਇੱਕ ਪੱਖ ਰੱਖਿਆ ਤੁਹਾਡੇ ਸਾਹਮਣੇ, ਸੱਪ ਨੇ ਡੰਗ ਹੀ ਮਾਰਨਾ ਹੈ, ਉਹਨੂੰ ਜਿੰਨਾ ਮਰਜ਼ੀ, ਜੇ ਬਾਣੀ ਕਹਿ ਰਹੀ ਹੈ ਸੱਪ ਨੇ ਡੰਗ ਮਾਰਨਾ ਹੈ, ਅਸੀਂ ਕਹੀ ਜਾਂਦੇ ਹਾਂ ਸੱਪ ਬਾਬੇ 'ਤੇ ਛਾਂ ਕਰੀ ਫਿਰਦਾ। ਇਹ ਇੱਕ ਪੱਖ ਹੈ, ਸਾਨੂੰ ਬਹੁਤ ਸਮਝਣਾ ਪਵੇਗਾ ਇਹ ਸੱਪ ਬਾਬੇ ਦੇ ਸਿਰ ਦੇ ਉੱਤੇ ਕਿੱਥੋਂ ਆ ਗਿਆ, ਕਿਉਂਕਿ ਇਹ ਸ਼ਿਵ ਜੀ ਦੇ ਗਲ ਦੇ ਵਿੱਚ ਸੀ। ਇਹ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਨੇ ਜਿਹੜੀਆਂ ਸਾਡੇ ਗੁਰਮਤ ਦੇ ਵਿੱਚ ਘੁਸਪੈਠ ਕੀਤੀ ਗਈ ਹੈ। ਮੈਂ ਇੱਧਰ ਨਹੀਂ ਤੁਰਨਾ। ਤੇ ਕਬੀਰ ਸਾਹਿਬ ਕਹਿ ਲਗੇ ਕਹਾ ਬਿਸੀਅਰ ਕਹੋ ਦੁੱਧ ਪੀ ਆਏ। ਕਹਿੰਦੇ ਸੱਪ ਨੂੰ ਦੁੱਧ ਪਿਆਈ ਜਾਓ, ਉਹ ਡੰਗ ਮਾਰਨੋਂ ਜ਼ਹਿਰ ਉਗਲੋਂ ਨਹੀਂ ਹਟੇਗਾ। ਸਾਖਤ ਮਨੁੱਖ ਦਾ ਵੀ ਇਹੋ ਹਾਲ ਜਿਹਾ, ਸਤ ਸੰਗਤ ਮਿਲ ਵਿਵੇਕ ਬੁੱਧ ਹੋਈ। ਕਹਿੰਦੇ ਹਾਂ ਇੱਕ ਗੱਲ ਜ਼ਰੂਰ ਹੈ, ਜੇ ਕਿਤੇ ਰੱਬ ਦਾ ਪਿਆਰੇ ਦੇ ਉੱਤੇ, ਉਹ ਸਾਖਤ ਮਨੁੱਖ ਦੇ ਉੱਤੇ ਰੱਬ ਦੇ ਪਿਆਰਿਆਂ ਦੀ ਕਿਰਪਾ ਹੋ ਜੇ, ਜੇ ਕਿਤੇ ਭੁੱਲਿਆ ਚੁੱਕਿਆ ਸਾਖਤ ਮਨੁੱਖ ਗੁਰੂ ਘਰ ਦੇ ਵਿੱਚ ਆ ਜਾਵੇ ਨਾ, ਤੇ ਕਹਿੰਦੇ ਉਹਦੀ ਬੁੱਧੀ ਜਿਹੜੀ ਉਹ ਵਿਵੇਕ ਹੋ ਸਕਦੀ। ਉਹਦੀ ਉਦਾਹਰਨ ਦਿੱਤੀ ਹੈ ਭਗਤ ਕਬੀਰ ਸਾਹਿਬ ਨੇ। ਐਵੇਂ ਨਹੀਂ ਗੱਲ ਕਹੀ। ਉਹ ਕਿਵੇਂ ਕਹਿੰਦੇ, ਪਾਰਸ ਪਰਸ ਲੋਹਾ ਕੰਚਨ ਸੋਈ। ਪਾਰਸ ਇੱਕ ਧਾਤ ਹੈ, ਲੋਹਾ ਇੱਕ ਧਾਤ ਹੈ। ਪਾਰਸ ਪੱਥਰ ਮੰਨਿਆ ਜਾਂਦਾ ਹੈ, ਤੇ ਇਹ ਮਨੌਤ ਹੈ ਕਿ ਗਲੇ ਤੋਂ ਗਲੇ ਲੋਹੇ ਦੇ ਨਾਲ ਵੀ ਤੁਸੀਂ ਪਾਰਸ ਨੂੰ ਛੁਹਾ ਦਿਓ ਨਾ, ਉਹ ਸੋਨਾ ਬਣ ਜਾਂਦਾ ਹੈ। ਪਰ ਪੱਥਰ ਉਹ ਪਾਰਸ ਹੋਣਾ ਚਾਹੀਦਾ, ਬਾਸ਼ਰਤ ਇਹ ਹੈ। ਹੋਰ ਕਿਸੇ ਦੇ ਨਾਲ ਕੰਗਾਲ ਲੋਹਾ ਜਿਹੜਾ ਉਹ ਸੋਨਾ ਨਹੀਂ ਬਣ ਸਕਦਾ। ਕੰਗਾਲ ਲੋਹਾ ਸੀ, ਉਹ ਪਾਰਸ ਦੇ ਨਾਲ ਮਿਲਿਆ, ਜੀਵਨ ਤਬਦੀਲ ਹੋ ਗਿਆ। ਸਾਖਤ ਮਨੁੱਖ ਜੇ ਭੁੱਲ ਭੁਲੇਖੇ ਕਿਤੇ ਗੁਰੂ ਦੀ ਸੰਗਤ 'ਚ ਆਉਣ ਲੱਗ ਪਏ ਨਾ, ਤਾਂ ਕਬੀਰ ਸਾਹਿਬ ਕਹਿੰਦੇ ਨੇ ਕਿ ਉਹਦਾ ਜੀਵਨ ਬਦਲਿਆ ਜਾ ਸਕਦਾ ਹੈ। ਹਾਂ, ਸੰਗਤ ਦੇ ਵਿੱਚ ਆਉਣ ਤੋਂ ਬਾਹਰ ਦੀ ਗੱਲ ਹੈ। ਜੇ ਸੰਗਤ 'ਚ ਨਾ ਆਵੇ, ਉੱਦਾਂ ਨਹੀਂ ਉਹਨੂੰ ਬਦਲਿਆ ਜਾ ਸਕਦਾ। ਜੇ ਤੁਸੀਂ ਕਿਸੇ ਨੂੰ ਬਦਲਣਾ ਹੈ ਨਾ, ਉਹ ਸੰਗਤ 'ਚ ਆਣ ਕੇ ਹੌਲੀ ਹੌਲੀ ਕੋਈ ਬਹਿਣ ਲੱਗ ਪਏ ਨਾ, ਲਗਾਤਾਰ ਬਹਿੰਦਾ ਜਾਵੇ, ਉਹਦੇ ਜੀਵਨ 'ਚ ਤੇ ਅਸਰ ਹੋ ਸਕਦਾ ਹੈ ਗੁਰੂ ਦਾ। ਪਰ ਜੇ ਸੰਗਤ ਤੋਂ ਬਾਹਰ ਕਹੀਏ, ਬਾਹਰ ਨਹੀਂ ਹੋ ਸਕਦਾ, ਕਿਉਂਕਿ ਸੰਗਤ ਦੇ ਕੋਲ ਇੰਨੀ ਕੁ ਵੱਡੀ ਤਾਕਤ ਹੈ। ਬਾਣੀ ਦਾ ਸਿਧਾਂਤ ਹੈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸੰਗਤ ਦੇ ਵਿੱਚ ਪਰਮਾਤਮਾ ਆਪ ਪਰਿਪੂਰਨ ਅਕਾਲ ਪੁਰਖ ਵਸਦਾ ਹੈ। ਇਸ ਕਰਕੇ ਕਬੀਰ ਸਾਹਿਬ ਕਹਿ ਲਗੇ, ਹਾਂ ਸਤ ਸੰਗਤ ਮਿਲ ਵਿਵੇਕ ਬੁੱਧ ਹੋਈ। ਕਿਸੇ ਸਾਖਤ ਮਨੁੱਖ ਨੂੰ ਕਿਤੇ ਸਤ ਸੰਗਤ ਮਿਲ ਗਈ ਨਾ ਗੁਰੂ ਦੀ, ਤੇ ਕਹਿੰਦੇ ਉਹਦੀ ਬੁੱਧੀ ਜਿਹੜੀ ਹੱਛੀ ਪਵਿੱਤਰ ਹੋ ਸਕਦੀ ਹੈ। ਕਿਵੇਂ? ਜਿਵੇਂ ਪਾਰਸ ਪਰਸ ਲੋਹਾ ਕੰਚਨ ਸੋਈ। ਜਿਵੇਂ ਇਹ ਲੋਹੇ ਨੂੰ ਜਿਹੜਾ ਪਾਰਸ ਲੱਗਦਾ ਤੇ ਉਹ ਕੰਚਨ ਕਹਿੰਦੇ ਨੇ ਸੋਨੇ ਨੂੰ, ਉਹ ਸੋਨਾ ਹੋ ਜਾਂਦਾ ਹੈ। ਜੇ ਨਹੀਂ ਉਹ ਸੰਗਤ ਦੇ ਵਿੱਚ ਆਇਆ, ਤੇ ਅੱਗੇ ਕਹਿਣਗੇ ਸਾਕਤ ਸੁਆਨ ਸਭ ਘਰੇ ਕਰਾਇਆ। ਕਬੀਰ ਸਾਹਿਬ ਕਹਿੰਦੇ ਅਸਲ 'ਚ ਨਾ ਤੇ ਕੁੱਤੇ ਦਾ ਕੋਈ ਕਸੂਰ ਜੇ, ਤੇ ਨਾ ਹੀ ਸਾਕਤ ਦਾ। ਸਾਕਤ ਨੂੰ ਕੁੱਤੇ ਦੇ ਨਾਲ ਤੁਲਨਾ ਦੇ ਰਹੇ ਨੇ। ਕਹਿੰਦੇ ਜੇ ਤੁਸੀਂ ਆਖੋ ਵੀ ਕੁੱਤਾ ਵੱਢਣੋਂ ਨਹੀਂ ਹਟਦਾ, ਕੁੱਤਾ ਭੌਂਕਣੋਂ ਨਹੀਂ ਹਟਦਾ, ਸਾਖਤ ਮਨੁੱਖ ਜਿਹੜਾ ਰੱਬ ਦੇ ਵਿਰੋਧ ਦੀਆਂ ਗੱਲਾਂ ਕਰਨੋਂ ਨਹੀਂ ਹਟਦਾ। ਕਬੀਰ ਸਾਹਿਬ ਕਹਿੰਦੇ ਇਹ ਅਸਲ 'ਚ ਪਰਮਾਤਮਾ ਦਾ ਕੀਤਾ ਕਰਾਇਆ ਸਾਰਾ ਕੁਛ ਹੈ। ਜੋ ਧੁਰ ਲਿਖਿਆ
सो कर्म कमाया। जो परमात्मा ने ਉਹਦੇ ਕੀਤੇ ਹੋਏ ਕਰਮਾਂ ਅਨੁਸਾਰ ਸੰਸਕਾਰ ਬਣਾ ਦਿੱਤੇ ਨਾ, ਉਹਦੇ ਮੁਤਾਬਕ ਹੀ ਮਨੁੱਖ ਗਾਂ ਦੀ ਗਾਂ ਚੱਲਦਾ ਹੈ। ਇਹ ਕਰਮ ਫਿਲਾਸਫੀ ਕਾफ़ी ਸਮਾਂ ਮੈਂ ਪਹਿਲਾਂ ਸਾਂਝੀ ਕੀਤੀ ਸੀ, ਜੇ ਆਪ ਨੂੰ ਗਿਆਤ ਹੋਵੇ। ਸਾਡੇ ਕਰਮ ਨੇ, ਇਹ ਕਰਮਾਂ ਦੇ ਮੁਤਾਬਕ ਗਾਂ ਗਾਂ ਸਾਡਾ ਜੀਵਨ ਬਣਦਾ ਹੈ। ਕਰਮਾਂ ਤੋਂ ਸੰਸਕਾਰ ਬਣਦੇ ਨੇ। ਜਿਹਦੇ ਕਰਮ ਹੀ ਪਹਿਲੇ ਪੁੱਠੇ ਹੋਏ ਨੇ, ਜਿਹਨੇ ਕਰਮ ਹੀ ਮਾੜੇ ਕੀਤੇ ਨੇ, ਉਹਨਾਂ ਦੇ ਮੁਤਾਬਕ ਉਹ ਮਨੁੱਖ ਫਿਰ ਰੱਬ ਤੋਂ ਦੂਰ 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 ਹੀ ਰਹਿੰਦਾ ਹੈ। ਇਹ ਸਾਰਾ ਕੁਝ ਸਾਡੇ ਧੁਰ ਕਰਮਾਂ ਦੇ ਨਾਲ ਪਰਮਾਤਮਾ ਵੱਲੋਂ ਲਿਖਿਆ ਹੋਇਆ ਹੈ। ਕਬੀਰ ਸਾਹਿਬ ਕਹਿ ਲਗੇ ਸਾਕਤ ਸੁਆਨ ਸਭ ਕਰੇ ਕਰਾਏ। ਉਹ ਸਾਕਤ ਤੇ ਸੁਆਨ ਕੁੱਤਾ ਉਹ ਰੱਬ ਦੇ ਕੀਤੇ ਦੇ ਮੁਤਾਬਕ ਹੀ ਕਰੀ ਜਾਂਦੇ ਨੇ, ਕਿਉਂਕਿ ਜੋ ਧੁਰ ਲਿਖਿਆ ਸੋ ਕਰਮ ਕਮਾਇਆ। ਜੋ ਅਸੀਂ ਕਰਮ ਕਰ ਗਏ ਨਾ, ਉਹ ਲਿਖੇ ਗਏ, ਉਹਨਾਂ ਮੁਤਾਬਕ ਸਾਡਾ ਜਿਹੜਾ ਗਾਂ ਜੀਵਨ ਬਣਦਾ ਹੈ। ਅੱਗੇ ਉਦਾਹਰਨ ਦਿੰਦੇ ਸਮਾਪਤੀ ਦਿੱਤੇ, ਕਹਿ ਲਗੇ ਅੰਮ੍ਰਿਤ ਲੈ ਲੈ ਨੀਮ ਸਿੰਚਾਈ। ਹੁਣ ਕਬੀਰ ਸਾਹਿਬ ਕਹਿੰਦੇ ਕੋਈ ਮਨੁੱਖ ਆਖੇ ਜੀ ਚਲੋ ਸਾਕਤ ਹੈ, ਉਹਨੂੰ ਸੁਧਾਰਨ ਦਾ ਯਤਨ ਕਰਾਂ, ਮੈਂ ਉਹਦੇ 'ਤੇ ਲੈਕਚਰ ਲਾ ਦੇਵਾਂ, ਮਿਹਨਤ ਕਰ ਲਵਾਂ। ਜਿਵੇਂ ਅੱਜ ਸਾਡੇ ਕਈ ਲੋਕ ਸੁਧਰਦੇ ਨਹੀਂ, ਕਈਆਂ ਨੇ ਜਿੱਦ ਫੜੀ ਹੁੰਦੀ, ਨਹੀਂ ਜੀ ਮੈਂ ਤਾਂ ਫੜ ਕੇ ਸੁਧਾਰ ਦਿਆਂਗਾ। ਕੋਈ ਕਹਿੰਦਾ ਮੈਂ ਦੇਸ਼ ਬਦਲ ਦੇਵਾਂਗਾ, ਕੋਈ ਕਹਿੰਦਾ ਮੈਂ ਨਗਰ ਬਦਲ ਦਿਆਂਗਾ, ਕੋਈ ਕਹਿੰਦਾ ਦੁਨੀਆ ਬਦਲ ਦਿਆਂਗਾ। ਕਬੀਰ ਸਾਹਿਬ ਬੜੀ ਸੋਹਣੀ ਉਦਾਹਰਨ ਦਿੰਦੇ, ਕਹਿੰਦੇ ਜੇ ਤੁਸੀਂ ਬੰਦਗੀ ਤੋਂ ਬਿਨਾਂ ਕਹਿੰਦੇ ਜੇ ਨਾ ਕਿ ਸਾਕਤ ਨੂੰ ਮੈਂ ਬਦਲ ਦੇਵਾਂ, ਕਹਿੰਦੇ ਮੈਂ ਉਦਾਹਰਨ ਦੇਣਾ ਅੰਮ੍ਰਿਤ। ਅੰਮ੍ਰਿਤ ਦਾ ਅਰਥ ਕਰਾਂਗੇ ਮਿਸ਼ਠਾਨ ਪਦਾਰਥ, ਕੋਈ ਵੀ ਸਾਫ਼ ਪਾਣੀ ਜਾਂ ਮਿੱਠਾ ਪਾਣੀ। ਕਹਿੰਦੇ ਮਿੱਠਾ ਪਾਣੀ ਲੈ ਲੈ ਕੇ ਤੁਸੀਂ ਨੀਮ ਸਿੰਚਾਈ, ਨਿੰਮ ਨੂੰ ਜਦੋਂ ਬੀਜਿਆ ਨਾ, ਬੀਜਣ ਤੋਂ ਲੈ ਕੇ ਵੱਡੀ ਹੋਣ ਤੱਕ ਉਹਦੀਆਂ ਜੜ੍ਹਾਂ ਦੇ ਵਿੱਚ ਮਿੱਠਾ ਪਾਣੀ ਪਾਈ ਜਾਓ। ਕਹਿਤ ਕਬੀਰ ਉਹ ਆਕੋ ਸਹਿਜ ਨਾ ਜਾਈ। ਕਹਿੰਦੇ ਉਹਦਾ ਤਾਂ ਵੀ ਉਹ ਜਿਹੜਾ ਕੁੜੱਤਣ ਵਾਲਾ ਸੁਭਾਅ ਨਹੀਂ ਜਾ ਸਕਦਾ। ਜੇ ਜੰਮਦੀ ਨਿੰਮ ਦੀਆਂ ਜੜ੍ਹਾਂ ਦੇ ਵਿੱਚ ਬੇਸ਼ੱਕ ਮਿੱਠਾ ਪਾਣੀ ਪਾਈ ਜਾਓ ਤਾਂ ਵੀ ਕੌੜੀ ਦੀ ਕੌੜੀ ਰਹਿੰਦੀ ਹੈ। ਸਾਕਤ ਮਨੁੱਖ ਨੂੰ ਜਿੰਨਾ ਮਰਜ਼ੀ ਸਮਝਾਈ ਜਾਓ, ਉਹ ਤਾਂ ਵੀ ਕੌੜੇ ਦਾ ਕੌੜਾ ਹੀ ਰਹਿੰਦਾ। ਜਿਵੇਂ ਨਿੰਮ ਕਦੀ ਨਹੀਂ ਨਾ ਮਿੱਠੀ ਹੋ ਸਕਦੀ, ਕੁੱਤਾ ਜਿਹੜਾ ਹੈ ਉਹ ਸਿਮਰਤੀਆਂ ਦਾ ਪਾਠ ਸੁਣਨ ਦਾ ਕੋਈ ਲਾਭ ਨਹੀਂ ਖੱਟ ਸਕਦਾ, ਕਾਂ ਗੰਦਗੀ ਦੇ ਵਿੱਚ ਚੁੰਝ ਮਾਰਨੋਂ ਨਹੀਂ ਹਟ ਸਕਦਾ, ਸੱਪ ਦੁੱਧ ਪੀ ਕੇ ਜ਼ਹਿਰ ਉਗਲਣ ਨੂੰ ਨਹੀਂ ਹਟ ਸਕਦਾ। ਤੇ ਕਬੀਰ ਸਾਹਿਬ ਕਹਿਣਗੇ ਇਹੋ ਹਾਲ ਸਾਕਤ ਮਨੁੱਖ ਦਾ, ਉਹਨੂੰ ਰੱਬ ਦੀ ਗੱਲ ਜਿੰਨੀ ਮਰਜ਼ੀ ਸੁਣਾਈ ਜਾਓ, ਉਹਦੇ ਉੱਤੇ ਵੀ ਕੋਈ ਅਸਰ ਨਹੀਂ ਹੋ ਸਕਦਾ। ਸੋ ਇਹ ਸੀ ਪਾਵਨ ਸ਼ਬਦ ਦੀ ਵਿਚਾਰ, ਜਿਹਦਾ ਸਮੁੱਚਾ ਤੱਤ ਭਾਵ ਇਹ ਨਿਕਲਦਾ ਹੈ ਕਿ ਭਲਿਆ ਜੇ ਤੈਨੂੰ ਸਾਕਤ ਮਿਲ ਜਾਂਦਾ ਹੈ ਨਾ, ਵੈਸੇ ਬਾਣੀ ਨੇ ਕਿਹਾ ਹੈ ਕਿ ਮੂਰਖ ਹੈ ਨਾਲ ਨਾ ਲੁੱਝੀਏ, ਉਹਦੇ ਨਾਲ ਬਹਿਸ ਕਰਨ ਦੀ ਲੋੜ ਨਹੀਂ। ਉਹਨੂੰ ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ। ਜੇ ਕੋਈ ਕਹਿੰਦਾ ਨਾ ਧਰਮ ਦੇ ਨਾਂ 'ਤੇ ਤੁਹਾਡੇ ਨਾਲ ਜਿੱਦਣਾ ਹੈ, ਯਾਦ ਰੱਖਿਓ ਜਿੱਦਿਓ ਨਾ। ਤੁਸੀਂ ਜਿੱਦੋਗੇ ਤੁਹਾਡੀ ਬੇਵਕੂਫੀ ਸਾਬਤ ਹੋਏਗੀ। ਚੁੱਪ ਰਹੋਗੇ, ਜਿੱਤ ਜਿਹੜੀ ਹੈ ਹਮੇਸ਼ਾ ਬੋਲਣ ਦੇ ਨਾਲ ਹੁੰਦੀ। ਕਈ ਥਾਵਾਂ 'ਤੇ ਚੁੱਪ ਰਹਿਣ ਦੇ ਨਾਲ ਵੀ ਜਿੱਤ ਹੁੰਦੀ ਹੈ। ਜੇ ਚੁੱਪ ਰਹਿ ਜਾਓਗੇ ਤੁਹਾਡੀ ਕਈ ਵਾਰ ਜਿੱਤ ਹੋ ਜਾਂਦੀ ਹੈ, ਕਿਉਂਕਿ ਧਰਮ ਇਹੋ ਜਿਹੀ ਫਲਸਫਾ ਜੀ, ਅਸੀਂ ਇਹਦੇ ਨਾਂ 'ਤੇ ਬਹਿਸ ਨਹੀਂ ਕਰ ਸਕਦੇ, ਇਹ ਵਿਸ਼ਵਾਸ 'ਤੇ ਚੱਲਦਾ ਹੈ। ਸਮੁੱਚੇ ਸ਼ਬਦ ਦਾ ਅੱਜ ਦਾ ਤੱਤ ਭਾਵ ਇਹ ਹੈ ਕਿ ਤੂੰ ਆਪ ਗੁਰੂ ਗੁਰੂ ਜਪਦਾ ਰਹਿ। ਸਾਖਤ ਮਨੁੱਖ ਦੇ ਕੋਲ ਰੱਬ ਦੇ ਘਰ ਦੀ ਗੱਲ ਨਾ ਕਰ, ਨਾ ਉਹਨੇ ਸੁਧਰਨਾ ਹੈ, ਨਾ ਕੋਈ ਫਾਇਦਾ ਹੋਣਾ ਹੈ, ਆਪਣੀ ਐਵੇਂ એનર્ਜੀ ਵੇਸਟ ਕਰੇਗਾ। ਇਸ ਕਰਕੇ ਜਿੰਨਾ ਕੁ ਸਮਾਂ ਉਹ ਗੁਰੂ ਗੁਰੂ ਜਪ ਕੇ ਆਪਣਾ ਜੀਵਨ ਸਫਲ ਕਰੇ। ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ, ਭੁੱਲਾਂ ਗਲਤੀਆਂ ਦੀ ਖਿਮਾ। ਆਓ ਪਾਵਨ ਪੰਕਤੀਆਂ ਦਾ ਜਾਪ ਸਰਵਣ ਕਰਕੇ ਸਮਾਪਤੀ ਕਰੀਏ। ਅੰਮ੍ਰਿਤ ਲੈ ਲੈ ਨੀਮ ਸਿੰਚਾਈ, ਕਹਿਤ ਕਬੀਰ ਉਆ ਕੋ ਸਹਿਜ ਨਾ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।